ਦੋਸਤੋ ਇਹ ਕਹਾਣੀ ਦਾ ਦੂਜਾ ਪਾਰਟ ਹੈ। ਇਸ ਕਹਾਣੀ ਦੇ ਪਹਿਲੇ ਪਾਰਟ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਉਸ ਤੇ ਕਲਿੱਕ ਕਰਕੇ ਤੁਸੀਂ ਇਸ ਦਾ ਪਹਿਲਾ ਪਾਰਟ ਸੁਣ ਸਕਦੇ ਹੋ। ਕਹਾਣੀ ਦਾ ਦੂਜਾ ਭਾਗ ਸ਼ੁਰੂ ਕਰਦੇ ਹਾਂ। ਮੈਂ ਇੱਕ ਝਟਕੇ ਦੇ ਨਾਲ ਖਿੱਚ ਕੇ ਉਸ ਨੂੰ ਆਪਣੇ ਨੇੜੇ ਕੀਤਾ ਸੀ। ਉਸ ਦੇ ਗਲੇ ਦੇ ਵਿੱਚ ਪਾਇਆ ਹੋਇਆ ਦੁਪੱਟਾ ਖਿੱਚ ਕੇ ਦੂਰ ਸੁੱਟ ਦਿੱਤਾ ਸੀ। ਉਹ ਲੜਕੀ ਹੌਲੀ ਹੌਲੀ ਰੋ ਰਹੀ ਸੀ, ਕਹਿਣ ਲੱਗੀ ਇਹ ਸਭ ਕੁਝ ਨਾ ਕਰੋ। ਮੈਂ ਕਦੇ ਵੀ ਅੱਜ ਤੱਕ ਅਜਿਹਾ ਕੰਮ ਨਹੀਂ ਕੀਤਾ ਹੈ ਅਤੇ ਬਹੁਤ ਹੀ ਮਜਬੂਰੀ ਦੇ ਵਿੱਚ ਮੈਂ ਇੱਥੋਂ ਤੱਕ ਆਈ ਹਾਂ। ਮੇਰੀ ਮਾਂ ਮਰ ਰਹੀ ਹੈ, ਇਸ ਕਰਕੇ ਮੈਂ ਇਹ ਕੰਮ ਕਰਨ ਦੇ ਲਈ ਮਜਬੂਰ ਹੋਈ ਹਾਂ। ਮੈਂ ਹਰ ਪਾਸੇ ਹੱਥ ਪੈਰ ਮਾਰ ਕੇ ਦੇਖ ਚੁੱਕੀ ਹਾਂ, ਪਰ ਮੈਨੂੰ ਕਿਤੇ ਵੀ ਇੰਨੀ ਵੱਡੀ ਰਕਮ ਨਹੀਂ ਮਿਲੀ। ਮੇਰੇ ਕੋਲ ਆਖਰੀ ਇਹੀ ਰਸਤਾ ਬਚਿਆ ਸੀ, ਪਰ ਤੁਹਾਡੇ ਸੀਨੇ ਦੇ ਵਿੱਚ ਵੀ ਦਿਲ ਹੈ। ਮੇਰੇ ਤੇ ਥੋੜਾ ਰਹਿਮ ਕਰ ਲਓ, ਮੈਂ ਤੁਹਾਡੇ ਸਾਰੇ ਪੈਸੇ ਮੋੜ ਦਿਆਂਗੀ। ਪਲੀਜ਼ ਮੈਨੂੰ ਇਸ ਸਮੇਂ ਜਾਣ ਦਿਓ। ਪਰ ਮੈਂ ਆਪਣੇ ਹੋਸ਼ ਦੇ ਵਿੱਚ ਕਿੱਥੇ ਸੀ? ਮੈਂ ਤਾਂ ਪੂਰੀ ਤਰ੍ਹਾਂ ਆਪਣੇ ਕਾਬੂ ਤੋਂ ਬਾਹਰ ਹੋ ਚੁੱਕਿਆ ਸੀ। ਮੈਂ ਇੱਕ ਝਟਕੇ ਦੇ ਨਾਲ ਉਸ ਲੜਕੀ ਨੂੰ ਬੈੱਡ ਤੇ ਧੱਕਾ ਦਿੱਤਾ ਸੀ ਅਤੇ ਹੌਲੀ ਹੌਲੀ ਆਪਣੀ ਸ਼ਰਟ ਦੇ ਬਟਨ ਖੋਲਦਾ ਹੋਇਆ ਉਸ ਦੇ ਵੱਲ ਵਧਣ ਲੱਗਿਆ। ਜਿਵੇਂ ਜਿਵੇਂ ਮੈਂ ਉਸ ਲੜਕੀ ਦੇ ਵੱਲ ਵਧ ਰਿਹਾ ਸੀ, ਉਸ ਦਾ ਤਾਂ ਸਰੀਰ ਡਰ ਦੇ ਮਾਰੇ ਥਰ-ਥਰ ਕੰਬ ਰਿਹਾ ਸੀ ਅਤੇ ਮੈਨੂੰ ਇਹੀ ਤਾਂ ਚਾਹੀਦਾ ਸੀ, ਦਰਦ ਤੇ ਦਇਆ ਦੀ ਭੀਖ ਜੋ ਮੇਰੇ ਮਨ ਨੂੰ ਸਕੂਨ ਦਿੰਦੀ ਸੀ। ਮੈਨੂੰ ਲੱਗਦਾ ਸੀ ਜਿਵੇਂ ਮੈਂ ਨੈਣਾ ਤੋਂ ਬਦਲਾ ਲੈ ਰਿਹਾ ਹਾਂ। ਨੈਣਾ ਦਾ ਖਿਆਲ ਆਉਂਦੇ ਹੀ ਮੇਰੇ ਦਿਲ ਅਤੇ ਦਿਮਾਗ ਦੇ ਵਿੱਚ ਬਿਜਲੀ ਜਿਹੀ ਦੌੜਨ ਲੱਗੀ ਸੀ। ਮੈਨੂੰ ਉਹ ਪਲ ਯਾਦ ਆਉਣ ਲੱਗੇ ਜਦੋਂ ਮੇਰਾ ਪਿਆਰ ਨੈਣਾ ਮੇਰੇ ਪਾਪਾ ਦੀਆਂ ਬਾਹਾਂ ਦੇ ਵਿੱਚ ਸੀ, ਖੁਦ ਮਰਜ਼ੀ ਦੇ ਨਾਲ ਮੇਰੇ ਪਾਪਾ ਤੇ ਆਪਣਾ ਪਿਆਰ ਲੁਟਾ ਰਹੀ ਸੀ। ਮੇਰੇ ਦਿਲ ਦੇ ਵਿੱਚ ਦਰਦ ਮਹਿਸੂਸ ਹੋਣ ਲੱਗਿਆ। ਦਿਲ ਦੇ ਵਿੱਚੋਂ ਚੀਸ ਨਿਕਲੀ ਸੀ, ਮੇਰੇ ਨਾਲ ਕਿਉਂ ਕੀਤਾ ਸੀ ਤੁਸੀਂ ਇਸ ਤਰ੍ਹਾਂ? ਮੇਰਾ ਪੂਰਾ ਸਰੀਰ ਗੁੱਸੇ ਦੇ ਕਾਰਨ ਆਕੜ ਗਿਆ ਸੀ। ਜੇਕਰ ਮੇਰੇ ਮਨ ਦੇ ਵਿੱਚ ਨੈਣਾ ਦਾ ਖਿਆਲ ਨਾ ਆਇਆ ਹੁੰਦਾ ਤਾਂ ਸ਼ਾਇਦ ਮੈਨੂੰ ਉਸ ਲੜਕੀ ਤੇ ਦਇਆ ਆ ਗਈ ਹੁੰਦੀ, ਪਰ ਹੁਣ ਮੇਰੇ ਅੰਦਰ ਗੁੱਸੇ ਦੀ ਤੇਜ਼ ਲਹਿਰ ਉੱਠ ਰਹੀ ਸੀ ਅਤੇ ਇਸ ਗੁੱਸੇ ਨੂੰ ਸ਼ਾਂਤ ਇਸੇ ਤਰ੍ਹਾਂ ਹੀ ਕਰ ਸਕਦਾ ਸੀ ਕਿ ਮੇਰੇ ਅੰਦਰ ਦਾ ਗੁੱਸਾ ਉਹ ਲੜਕੀ ਸਹਿੰਦੀ। ਇੱਕ ਝਟਕੇ ਦੇ ਨਾਲ ਮੈਂ ਉਸ ਲੜਕੀ ਨੂੰ ਇੰਨੀ ਜ਼ੋਰ ਦੀ ਖਿੱਚਿਆ ਕਿ ਉਹ ਮੇਰੇ ਬਿਲਕੁਲ ਨੇੜੇ ਆ ਗਈ ਸੀ। ਲੜਕੀ ਦੇ ਦਿਲ ਦੀਆਂ ਧੜਕਣਾਂ ਇੰਨੀਆਂ ਤੇਜ਼ ਸਨ, ਲੱਗਦਾ ਸੀ ਕਿ ਉਸ ਦਾ ਦਿਲ ਉਸ ਦੀ ਛਾਤੀ ਤੋਂ ਬਾਹਰ ਆ ਜਾਵੇਗਾ। ਉਸਨੇ ਕੱਸ ਕੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ ਅਤੇ ਮੈਂ ਹੌਲੀ ਹੌਲੀ ਉਸ ਦੇ ਉੱਪਰ ਝੁਕਣ ਲੱਗਿਆ ਸੀ। ਮੈਂ ਹਰ ਇੱਕ ਹੱਦ ਨੂੰ ਪਾਰ ਕਰ ਰਿਹਾ ਸੀ, ਪਰ ਅੱਜ ਦੀ ਰਾਤ ਕੁਝ ਤਾਂ ਅਲੱਗ ਸੀ। ਅੱਜ ਮੈਂ ਜਾਨਵਰ ਨਹੀਂ ਸੀ, ਬਲਕਿ ਮੈਂ ਇਨਸਾਨ ਸੀ। ਮੈਂ ਉਸ ਨੂੰ ਕੋਈ ਦੁੱਖ ਨਹੀਂ ਪਹੁੰਚਾਇਆ ਸੀ, ਕੋਈ ਤਕਲੀਫ ਨਹੀਂ ਦਿੱਤੀ ਸੀ, ਬਲਕਿ ਬਹੁਤ ਹੀ ਪਿਆਰ ਦੇ ਨਾਲ ਉਸ ਦੇ ਨਾਲ ਰਿਸ਼ਤਾ ਬਣਾਇਆ ਸੀ। ਪਰ ਫਿਰ ਵੀ ਉਸ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਕੁਝ ਸਮੇਂ ਬਾਅਦ ਜਦੋਂ ਮੈਂ ਉਸ ਤੋਂ ਅਲੱਗ ਹੋਇਆ ਤਾਂ ਉਹ ਲੜਕੀ ਆਪਣੇ ਆਪ ਨੂੰ ਚਾਦਰ 'ਚ ਲਪੇਟ ਕੇ ਬੁਰੀ ਤਰ੍ਹਾਂ ਰੋ ਰਹੀ ਸੀ। ਮੈਂ ਸ਼ਰਟ ਪਾਉਂਦੇ ਹੋਏ ਕਿਹਾ, ਇਸ ਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਹੈ? ਜੋ ਕੁਝ ਵੀ ਹੋਇਆ ਉਹ ਤੁਹਾਡੀ ਮਰਜ਼ੀ ਦੇ ਨਾਲ ਹੋਇਆ। ਪੂਰੇ 5 ਲੱਖ ਰੁਪਏ ਦਿੱਤੇ ਹਨ ਮੈਂ। ਉਸਨੇ ਆਪਣੀਆਂ ਹੰਝੂਆਂ ਨਾਲ ਭਰੀਆਂ ਹੋਈਆਂ ਅੱਖਾਂ ਮੇਰੇ ਵੱਲ ਕੀਤੀਆਂ। ਇੱਕ ਪਲ ਦੇ ਲਈ ਮੇਰਾ ਦਿਲ ਉਹਨਾਂ ਅੱਖਾਂ ਦੇ ਵਿੱਚ ਡੁੱਬ ਗਿਆ ਸੀ, ਪਰ ਤੁਰੰਤ ਮੈਂ ਆਪਣੀਆਂ ਨਜ਼ਰਾਂ ਹਟਾ ਲਈਆਂ। ਉਹ ਬੋਲੀ, ਕਾਸ਼ ਅੱਜ ਦੀ ਰਾਤ ਮੈਨੂੰ ਮੌਤ ਆ ਜਾਂਦੀ। ਜੇਕਰ ਮੇਰੀ ਜਾਨ ਦੇ ਬਦਲੇ ਮੇਰੀ ਮਾਂ ਦੀ ਜਾਨ ਬਚ ਜਾਂਦੀ ਤਾਂ ਮੈਂ ਖੁਸ਼ੀ-ਖੁਸ਼ੀ ਆਪਣੀ ਜਾਨ ਆਪਣੀ ਮਾਂ ਤੇ ਕੁਰਬਾਨ ਕਰ ਦਿੰਦੀ। ਪਰ ਅਫਸੋਸ, ਮੈਂ ਆਪਣੀ ਜਾਨ ਦੇ ਕੇ ਆਪਣੀ ਮਾਂ ਦੀ ਜਾਨ ਬਚਾ ਨਹੀਂ ਸਕਦੀ ਸੀ। ਮਾਂ ਦੀ ਜਾਨ ਬਚਾਉਣ ਦੇ ਲਈ ਮੈਨੂੰ ਪੈਸਿਆਂ ਦੀ ਜ਼ਰੂਰਤ ਸੀ ਅਤੇ ਉਹ ਪੈਸੇ ਮੈਨੂੰ ਆਪਣੀ ਇੱਜ਼ਤ ਵੇਚ ਕੇ ਮਿਲੇ ਹਨ। ਅੱਜ ਮੇਰਾ ਇਨਸਾਨੀਅਤ ਤੋਂ ਵਿਸ਼ਵਾਸ ਉੱਠ ਗਿਆ ਹੈ। ਮੈਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਾਹਿਆ ਸੀ, ਕਦੇ ਵੀ ਕਿਸੇ ਨਾਲ ਕੁਝ ਗਲਤ ਨਹੀਂ ਕੀਤਾ ਸੀ, ਪਰ ਫਿਰ ਵੀ ਪਰਮਾਤਮਾ ਨੇ ਮੈਨੂੰ ਅੱਜ ਇਹ ਦਿਨ ਦਿਖਾਇਆ। ਮੈਨੂੰ ਹਮੇਸ਼ਾ ਲੱਗਦਾ ਸੀ ਕਿ ਇਨਸਾਨੀਅਤ ਅਜੇ ਵੀ ਜਿਉਂਦੀ ਹੈ। ਮੈਂ ਰਹਿਮ ਦੀ ਬਹੁਤ ਭੀਖ ਮੰਗੀ ਸੀ, ਵਾਅਦਾ ਕੀਤਾ ਸੀ ਕਿ ਮੈਂ ਤੁਹਾਡਾ ਇੱਕ-ਇੱਕ ਪੈਸਾ ਮੋੜ ਦਿਆਂਗੀ, ਪਰ ਤੁਹਾਨੂੰ ਮੇਰੇ ਤੇ ਥੋੜਾ ਜਿਹਾ ਵੀ ਤਰਸ ਨਹੀਂ ਆਇਆ। ਜੇਕਰ ਤੁਸੀਂ ਥੋੜਾ ਜਿਹਾ ਵੀ ਤਰਸ ਦਿਖਾਇਆ ਹੁੰਦਾ ਤਾਂ ਅੱਜ ਮੇਰੀ ਇੱਜ਼ਤ ਮੇਰੇ ਕੋਲ ਹੁੰਦੀ। ਉਸ ਲੜਕੀ ਦੀਆਂ ਗੱਲਾਂ ਮੇਰੇ ਦਿਲ ਨੂੰ ਪਿਘਲਾ ਰਹੀਆਂ ਸਨ। ਕੁਝ ਸੀ ਜੋ ਅੱਜ ਮੈਨੂੰ ਅੰਦਰੋਂ ਸ਼ਰਮਿੰਦਾ ਕਰ ਰਿਹਾ ਸੀ। ਸ਼ਾਇਦ ਰਾਤ ਨੂੰ ਮੈਂ ਆਪਣੇ ਅੰਦਰ ਦੇ ਜਾਨਵਰ ਨੂੰ ਪੂਰੀ ਤਰ੍ਹਾਂ ਨਹੀਂ ਜਗਾਇਆ ਸੀ, ਜਾਂ ਫਿਰ ਕੁਝ ਹੋਰ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਚੁੱਪਚਾਪ ਕਮਰੇ ਤੋਂ ਬਾਹਰ ਨਿਕਲ ਆਇਆ ਅਤੇ ਬਾਹਰ ਡਰਾਇੰਗ ਰੂਮ ਦੇ ਵਿੱਚ ਸੋਫੇ ਤੇ ਜਾ ਕੇ ਬੈਠ ਗਿਆ। ਇਸ ਤੋਂ ਪਹਿਲਾਂ ਮੈਂ ਕਦੇ ਵੀ ਇੰਨਾ ਬੇਚੈਨ ਨਹੀਂ ਹੋਇਆ ਸੀ। ਲੜਕੀਆਂ ਦੇ ਨਾਲ ਰਾਤਾਂ ਬਿਤਾ ਕੇ ਮੈਨੂੰ ਸਕੂਨ ਮਿਲਦਾ ਸੀ ਅਤੇ ਮੈਂ ਆਪਣੇ ਹੀ ਬਿਸਤਰੇ ਤੇ ਚੈਨ ਦੇ ਨਾਲ ਸੌਂਦਾ ਸੀ, ਪਰ ਅੱਜ ਮੈਨੂੰ ਆਪਣਾ ਹੀ ਕਮਰਾ ਬੇਗਾਨਾ ਲੱਗ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਕਮਰੇ ਦੀਆਂ ਕੰਧਾਂ ਮੇਰੇ ਤੇ ਹੱਸ ਰਹੀਆਂ ਸਨ, ਮੇਰੇ ਉੱਤੇ ਅਫਸੋਸ ਕਰ ਰਹੀਆਂ ਸਨ ਕਿ ਮੈਂ ਇੱਕ ਮਜਬੂਰ ਲੜਕੀ ਦੀ ਮਜਬੂਰੀ ਦਾ ਫਾਇਦਾ ਚੱਕਿਆ। ਮੇਰੀ ਹਿੰਮਤ ਨਹੀਂ ਪੈ ਰਹੀ ਸੀ ਕਿ ਮੈਂ ਵਾਪਸ ਕਮਰੇ ਦੇ ਵਿੱਚ ਚਲਾ ਜਾਵਾਂ। ਮੈਂ ਸੋਫੇ ਤੇ ਹੀ ਲੇਟ ਗਿਆ ਅਤੇ ਕਦੋਂ ਮੈਨੂੰ ਨੀਂਦ ਆ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ। ਸਵੇਰੇ
ਸਵੇਰੇ ਲਗਭਗ 5 ਵਜੇ ਮੇਰੀ ਅੱਖ ਖੁੱਲੀ। ਮੈਂ ਘਬਰਾ ਕੇ ਉੱਠ ਗਿਆ ਅਤੇ ਆਪਣੇ ਕਮਰੇ ਦੇ ਵੱਲ ਦੇਖਿਆ। ਦਰਵਾਜ਼ਾ ਖੁੱਲਾ ਹੋਇਆ ਸੀ। ਦਿਲ ਦੇ ਵਿੱਚ ਕਿਤੋਂ ਆਵਾਜ਼ ਆਈ ਕਿ ਉਸ ਲੜਕੀ ਤੋਂ ਮਾਫੀ ਮੰਗ ਲਵਾਂ, ਸ਼ਾਇਦ ਇਸ ਬੇਚੈਨੀ ਤੋਂ ਕੁਝ ਆਰਾਮ ਮਿਲੇ। ਇਹ ਸੋਚ ਕੇ ਮੈਂ ਕਮਰੇ ਦੇ ਵੱਲ ਵਧਿਆ। ਜਦੋਂ ਮੈਂ ਕਮਰੇ ਦੇ ਵਿੱਚ ਗਿਆ ਤਾਂ ਮੇਰਾ ਦਿਲ ਧੜਕਣਾ ਭੁੱਲ ਗਿਆ। ਉਹ ਲੜਕੀ ਉੱਥੇ ਨਹੀਂ ਸੀ। ਮੈਂ ਬਾਥਰੂਮ ਦੇ ਵਿੱਚ ਦੇਖਿਆ, ਉਹ ਵੀ ਖਾਲੀ ਸੀ, ਮਤਲਬ ਕਿ ਉਹ ਲੜਕੀ ਜਾ ਚੁੱਕੀ ਸੀ। ਮੈਂ ਬਿਸਤਰੇ ਤੇ ਬੈਠ ਕੇ ਇੱਕ ਡੂੰਘਾ ਸਾਹ ਲਿਆ ਅਤੇ ਆਪਣੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਸਮੇਂ ਹੀ ਮੇਰੀ ਨਿਗਾਹ ਇੱਕ ਸਾਈਡ ਟੇਬਲ ਤੇ ਰੱਖੇ ਹੋਏ ਪੇਪਰ ਤੇ ਪਈ। ਉਹ ਲੜਕੀ ਸ਼ਾਇਦ ਕੋਈ ਸੰਦੇਸ਼ ਲਿਖ ਕੇ ਛੱਡ ਗਈ ਸੀ। ਮੈਂ ਉਸ ਪੇਪਰ ਨੂੰ ਚੁੱਕਿਆ ਅਤੇ ਉਸ ਨੂੰ ਪੜ੍ਹਿਆ। ਉਸ ਤੇ ਸਿਰਫ ਇੱਕ ਲਾਈਨ ਲਿਖੀ ਹੋਈ ਸੀ, ਮੈਂ ਕੱਲ ਫਿਰ ਵਾਪਸ ਆਵਾਂਗੀ। ਪੂਰੇ 5 ਲੱਖ ਲਏ ਹਨ ਤੁਹਾਡੇ ਤੋਂ 1 ਹਫ਼ਤੇ ਦੇ ਲਈ। ਉਹ ਕਾਗਜ਼ ਦਾ ਟੁਕੜਾ ਮੈਂ ਆਪਣੀ ਮੁੱਠੀ ਦੇ ਵਿੱਚ ਲੈ ਲਿਆ ਸੀ। ਪੂਰੇ ਦਿਨ ਮੈਂ ਆਫਿਸ ਦੇ ਵਿੱਚ ਵੀ ਬੇਚੈਨ ਰਿਹਾ। ਇੱਕ ਪਲ ਦੇ ਲਈ ਵੀ ਮੈਨੂੰ ਸਕੂਨ ਨਹੀਂ ਮਿਲਿਆ। ਬਾਰ-ਬਾਰ ਮੇਰਾ ਦਿਲ ਉਸੇ ਲੜਕੀ ਤੇ ਜਾ ਕੇ ਅੜਕ ਰਿਹਾ ਸੀ। ਮੈਂ ਆਫਿਸ ਦੇ ਵਿੱਚ ਬੈਠਾ ਸੀ ਤਾਂ ਵਿਨੋਦ, ਜੋ ਮੇਰੇ ਹੀ ਆਫਿਸ ਦੇ ਵਿੱਚ ਕੰਮ ਕਰਦਾ ਸੀ, ਮੇਰੇ ਕੈਬਨ ਦੇ ਵਿੱਚ ਆ ਗਿਆ। ਮੈਨੂੰ ਇਸ ਤਰ੍ਹਾਂ ਚੁੱਪਚਾਪ ਬੈਠਾ ਦੇਖ ਕੇ ਉਹ ਹੈਰਾਨੀ ਦੇ ਨਾਲ ਮੇਰੇ ਵੱਲ ਦੇਖਣ ਲੱਗਿਆ। ਕਹਿਣ ਲੱਗਿਆ, ਯਾਰ ਸਿਧਾਰਥ, ਸਭ ਕੁਝ ਠੀਕ ਤਾਂ ਹੈ ਨਾ? ਕੀ ਹੋਇਆ? ਰਾਤ ਉਹ ਲੜਕੀ ਤੁਹਾਨੂੰ ਛੱਡ ਕੇ ਭੱਜ ਗਈ ਜਾਂ ਫਿਰ ਕੋਈ ਹੋਰ ਗੱਲ ਹੈ? ਇੰਨਾ ਬੇਚੈਨ ਤਾਂ ਤੂੰ ਉਸ ਸਮੇਂ ਹੀ ਹੁੰਦਾ ਹੈ ਜਦੋਂ ਤੁਹਾਨੂੰ ਰਾਤ ਨੂੰ ਲੜਕੀ ਨਹੀਂ ਮਿਲਦੀ। ਗੱਲ ਕੀ ਹੈ? ਆਖਰ ਮੈਂ ਆਪਣੇ ਵਾਲਾਂ ਨੂੰ ਆਪਣੀ ਮੁੱਠੀ ਦੇ ਵਿੱਚ ਫੜ ਲਿਆ ਸੀ। ਮੈਂ ਕਿਹਾ, ਯਾਰ ਵਿਨੋਦ, ਕੁਝ ਤਾਂ ਗਲਤ ਹੋ ਰਿਹਾ ਹੈ ਮੇਰੇ ਨਾਲ। ਅਜੀਬ ਜਿਹੀ ਬੇਚੈਨੀ ਹੈ। ਜਦੋਂ ਤੋਂ ਮੈਂ ਉਸ ਲੜਕੀ ਦੇ ਨਾਲ ਰਿਸ਼ਤਾ ਬਣਾਇਆ ਹੈ, ਅੰਦਰੋਂ ਮੇਰਾ ਜ਼ਮੀਰ ਮੈਨੂੰ ਕੋਸ ਰਿਹਾ ਹੈ। ਉਸ ਦੀਆਂ ਅੱਖਾਂ ਦੇ ਵਿੱਚੋਂ ਵਹਿੰਦੇ ਹੋਏ ਹੰਝੂ ਮੈਨੂੰ ਆਰਾਮ ਦੇ ਨਾਲ ਸੌਣ ਨਹੀਂ ਦੇ ਰਹੇ ਸਨ। ਮੇਰੇ ਦਿਮਾਗ ਦੀਆਂ ਨਾੜਾਂ ਪਾਟ ਰਹੀਆਂ ਸਨ। ਵਿਨੋਦ ਮੇਰੀ ਹਾਲਤ ਦੇਖ ਕੇ ਹੈਰਾਨ ਸੀ। ਉਸਨੇ ਕਿਹਾ, ਸਿਧਾਰਥ, ਇਹ ਗਲਤ ਨਹੀਂ ਹੈ, ਇਹ ਠੀਕ ਹੋ ਰਿਹਾ ਹੈ। ਤੇਰੇ ਅੰਦਰ ਦਾ ਜਾਨਵਰ ਉਸ ਲੜਕੀ ਦੇ ਹੰਝੂਆਂ ਦੇ ਕਾਰਨ ਪਿਘਲਣ ਲੱਗਿਆ ਹੈ। ਇਸ ਰਾਹ ਤੋਂ ਆਪਣੇ ਪੈਰ ਵਾਪਸ ਨਾ ਖਿੱਚੀ ਸਿਧਾਰਥ। ਪਰਮਾਤਮਾ ਨੇ ਤੁਹਾਨੂੰ ਸੁਧਰਨ ਦਾ ਇੱਕ ਮੌਕਾ ਦਿੱਤਾ ਹੈ। ਸ਼ਾਇਦ ਉਸ ਲੜਕੀ ਨੂੰ ਰਾਸਤਾ ਬਣਾ ਕੇ ਤੂੰ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕਦਾ ਹੈ। ਮੈਂ ਹੈਰਾਨੀ ਅਤੇ ਨਾਸਮਝੀ ਦੇ ਨਾਲ ਵਿਨੋਦ ਨੂੰ ਦੇਖਿਆ। ਵਿਨੋਦ ਕਹਿਣ ਲੱਗਿਆ ਕਿ ਤੂੰ ਮੇਰਾ ਜਿਗਰੀ ਯਾਰ ਹੈ, ਇਸ ਕਰਕੇ ਮੈਨੂੰ ਤੇਰੀ ਪਰਵਾਹ ਹੈ। ਉਹ ਲੜਕੀ ਅੱਜ ਰਾਤ ਫਿਰ ਆਵੇਗੀ ਨਾ? ਮੈਂ ਹਲਕੀ ਜਿਹੀ ਹਾਂ ਦੇ ਵਿੱਚ ਸਿਰ ਹਿਲਾਇਆ। ਵਿਨੋਦ ਨੇ ਕਿਹਾ ਕਿ ਅੱਜ ਉਸ ਨੂੰ ਜਾਣ ਨਾ ਦੇਈਂ, ਰੋਕ ਲੈ ਉਸ ਨੂੰ ਹਮੇਸ਼ਾ ਦੇ ਲਈ। ਉਹ ਬਹੁਤ ਚੰਗੀ ਲੜਕੀ ਹੈ, ਤੇਰੀ ਜ਼ਿੰਦਗੀ ਸਵਰਗ ਬਣਾ ਜਾਵੇਗੀ। ਇਹ ਕਹਿ ਕੇ ਵਿਨੋਦ ਕੈਬਨ ਤੋਂ ਉੱਠ ਕੇ ਬਾਹਰ ਚਲਾ ਗਿਆ ਸੀ ਅਤੇ ਮੈਂ ਫਿਰ ਤੋਂ ਉਸੇ ਲੜਕੀ ਦੇ ਖਿਆਲਾਂ ਦੇ ਵਿੱਚ ਡੁੱਬ ਗਿਆ ਸੀ। ਆਫਿਸ ਤੋਂ ਮੁੜਨ ਤੋਂ ਬਾਅਦ ਮੈਂ ਬੇਚੈਨੀ ਦੇ ਨਾਲ ਰਾਤ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ। ਅੱਜ ਮੈਨੂੰ ਉਸ ਲੜਕੀ ਦੇ ਨਾਲ ਗਲਤ ਕੰਮ ਕਰਨ ਦੀ ਕੋਈ ਇੱਛਾ ਨਹੀਂ ਸੀ। ਬਸ ਮੈਂ ਉਸ ਨੂੰ ਇੱਕ ਵਾਰ ਦੇਖਣਾ ਚਾਹੁੰਦਾ ਸੀ, ਉਸ ਤੋਂ ਮਾਫੀ ਮੰਗਣਾ ਚਾਹੁੰਦਾ ਸੀ। 8 ਵਜੇ ਤੋਂ ਹੀ ਮੈਂ ਉਸ ਦਾ ਰਾਹ ਦੇਖ ਰਿਹਾ ਸੀ। ਹਰ ਇੱਕ ਆਵਾਜ਼ ਤੇ ਲੱਗਦਾ ਕਿ ਉਹ ਆ ਗਈ ਹੈ ਅਤੇ ਰਾਤ ਦੇ ਠੀਕ 9 ਵਜੇ ਉਹ ਮੇਰੇ ਘਰ ਦੇ ਵਿੱਚ ਦਾਖਲ ਹੋਈ ਸੀ। ਉਸ ਨੂੰ ਦੇਖਦੇ ਹੀ ਮੇਰਾ ਦਿਲ ਖੁਸ਼ੀ ਦੇ ਨਾਲ ਧੜਕਣ ਲੱਗਿਆ, ਪਰ ਅੱਜ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਚੁੱਪੀ ਸੀ। ਨਾ ਕੋਈ ਡਰ, ਨਾ ਕੋਈ ਸ਼ਰਮ, ਨਾ ਕੋਈ ਖੁਸ਼ੀ, ਬਸ ਇੱਕ ਅਜੀਬ ਜਿਹੀ ਉਦਾਸੀ ਉਸਦੇ ਚਿਹਰੇ ਤੇ ਛਾਈ ਹੋਈ ਸੀ। ਪਤਾ ਨਹੀਂ ਕਿਉਂ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ। ਉਹ ਹੌਲੀ-ਹੌਲੀ ਮੇਰੇ ਕੋਲ ਆਈ ਅਤੇ ਟੇਬਲ ਤੇ ਇੱਕ ਲਿਫਾਫਾ ਰੱਖ ਦਿੱਤਾ। ਮੈਂ ਹੈਰਾਨੀ ਦੇ ਨਾਲ ਉਸ ਲਿਫਾਫੇ ਨੂੰ ਦੇਖਿਆ ਅਤੇ ਫਿਰ ਉਸ ਨੇ ਹੌਲੀ ਜਿਹੀ ਕਿਹਾ ਕਿ ਇਸ ਦੇ ਵਿੱਚ ਪੂਰੇ 4 ਲੱਖ ਰੁਪਏ ਹਨ। ਇਹ ਤੁਹਾਡੀ ਅਮਾਨਤ ਹੈ। ਇਸ ਦੇ ਵਿੱਚੋਂ ਸਿਰਫ 1 ਲੱਖ ਰੁਪਇਆ ਖਰਚ ਹੋਇਆ ਹੈ ਅਤੇ ਮੈਂ ਉਸ 1 ਲੱਖ ਦੀ ਕੀਮਤ ਅੱਜ ਰਾਤ ਦੇ ਲਈ ਚੁਕਾਉਣ ਦੇ ਲਈ ਤਿਆਰ ਹਾਂ। ਮੈਂ ਹੈਰਾਨ ਹੋ ਗਿਆ ਸੀ। ਮੈਂ ਕਿਹਾ, ਤੁਹਾਨੂੰ ਤਾਂ 5 ਲੱਖ ਰੁਪਏ ਦੀ ਜ਼ਰੂਰਤ ਸੀ ਨਾ, ਫਿਰ ਇਹ 4 ਲੱਖ ਵਾਪਸ ਕਿਉਂ? ਉਸ ਨੇ ਦੁਖੀ ਆਵਾਜ਼ ਦੇ ਵਿੱਚ ਕਿਹਾ, ਮੈਨੂੰ 5 ਲੱਖ ਰੁਪਏ ਦੀ ਜ਼ਰੂਰਤ ਸੀ ਅਤੇ ਜਿਸ ਦੀ ਜਾਨ ਬਚਾਉਣ ਦੇ ਲਈ ਜ਼ਰੂਰਤ ਸੀ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਮੇਰੀ ਮਾਂ ਅੱਜ ਸਵੇਰੇ ਹੀ ਮੈਨੂੰ ਇਸ ਦੁਨੀਆ ਦੇ ਵਿੱਚ ਛੱਡ ਕੇ ਹਮੇਸ਼ਾ ਦੇ ਲਈ ਚਲੀ ਗਈ। 1 ਲੱਖ ਉਸ ਨੂੰ ਹਸਪਤਾਲ ਦੇ ਵਿੱਚੋਂ ਲਿਆਉਣ ਅਤੇ ਅੰਤਿਮ ਸੰਸਕਾਰ ਦੇ ਵਿੱਚ ਲੱਗ ਗਏ। ਬਾਕੀ ਦੇ ਪੈਸੇ ਤੁਹਾਡੇ ਹਨ। ਮੈਂ ਤੁਹਾਨੂੰ ਮੋੜਨ ਆਈ ਹਾਂ। ਹੁਣ ਤੁਸੀਂ ਦੱਸੋ, ਇੱਕ ਰਾਤ ਦੀ ਕੀਮਤ 1 ਲੱਖ ਸੀ ਜਾਂ ਫਿਰ ਅੱਜ ਦੀ ਰਾਤ ਵੀ ਮੈਨੂੰ ਤੁਹਾਡੇ ਕੋਲੇ ਰੁਕਣਾ ਪਵੇਗਾ? ਉਸ ਨੇ ਇੰਨੇ ਠੰਡੇ ਲਹਿਜੇ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਸ ਦੀ ਇਹ ਗੱਲ ਮੇਰੇ ਦਿਲ ਦੇ ਵਿੱਚ ਉਤਰ ਗਈ ਸੀ। ਮੇਰੇ ਪੂਰੇ ਸਰੀਰ ਦੇ ਵਿੱਚ ਇੱਕ ਕਰੰਟ ਜਿਹਾ ਦੌੜ ਗਿਆ ਸੀ। ਉਸ ਦੇ ਦੁੱਖ ਨੇ ਮੈਨੂੰ ਅੰਦਰ ਤੱਕ ਹਿਲਾ ਦਿੱਤਾ ਸੀ। ਮੈਂ ਉਸ ਨੂੰ ਕਹਿ ਦੇਣਾ ਚਾਹੁੰਦਾ ਸੀ ਕਿ ਮੈਨੂੰ ਤੁਹਾਡੇ ਤੋਂ ਕੋਈ ਪੈਸੇ ਨਹੀਂ ਚਾਹੀਦੇ ਅਤੇ ਨਾ ਹੀ ਪੈਸਿਆਂ ਦੇ ਬਦਲੇ ਕੋਈ ਹੋਰ ਕੀਮਤ ਚਾਹੀਦੀ ਹੈ। ਮੈਂ ਉਸ ਰਾਤ ਹੀ ਤੁਹਾਡੇ ਨੇੜੇ ਆਉਣ ਤੋਂ ਬਾਅਦ ਬੇਚੈਨ ਹਾਂ। ਮੈਂ ਹੁਣ ਹੋਰ ਜ਼ਿਆਦਾ ਆਪਣੇ ਆਪ ਨੂੰ ਸ਼ਰਮਿੰਦਾ ਨਹੀਂ ਕਰਨਾ, ਪਰ ਮੈਂ ਫਿਰ ਵੀ ਬੇਚੈਨ ਸੀ। ਮੈਂ ਉਸ ਨੂੰ ਰੋਕਣਾ ਚਾਹੁੰਦਾ ਸੀ। ਮੈਂ ਉਸ ਦੇ ਨੇੜੇ ਰਹਿਣਾ ਚਾਹੁੰਦਾ ਸੀ। ਮੈਂ ਬਹੁਤ ਹੌਲੀ ਜਿਹੀ ਅਤੇ ਹਿੰਮਤ ਇਕੱਠੀ ਕਰਕੇ ਕਿਹਾ, ਅੱਜ ਦੀ ਰਾਤ ਰੁਕ ਜਾਓ। ਇਹ ਕਹਿ ਕੇ ਮੈਂ ਨਜ਼ਰਾਂ ਝੁਕਾ ਲਈਆਂ ਸਨ। ਮੇਰੇ ਅੰਦਰ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਉਸ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦਾ। ਮੈਂ ਖੁਦਗਰਜ਼ ਹੋ ਗਿਆ ਸੀ। ਆਪਣੇ ਦਿਲ ਦੇ ਸਕੂਨ ਦੇ ਲਈ ਅੱਜ ਰਾਤ ਮੈਂ ਉਸ ਨੂੰ ਫਿਰ ਰੋਕ ਰਿਹਾ ਸੀ, ਪਰ ਮੈਂ ਮਜਬੂਰ ਸੀ। ਮੇਰਾ ਦਿਲ ਉਸ ਦੇ ਲਈ ਬੇਚੈਨ ਸੀ। ਉਸ ਨੂੰ ਸਾਹਮਣੇ ਦੇਖ ਕੇ ਜੋ ਮੇਰੇ ਦਿਲ ਨੂੰ ਸ਼ਾਂਤੀ ਮਿਲੀ ਸੀ, ਮੈਂ ਉਹ ਸ਼ਬਦਾਂ ਦੇ ਵਿੱਚ ਦੱਸ ਨਹੀਂ
ਨਹੀਂ ਸਕਦਾ ਸੀ। ਮੇਰੀ ਇਸ ਗੱਲ ਤੇ ਉਸਨੇ ਤੜਫ ਕੇ ਮੇਰੇ ਵੱਲ ਦੇਖਿਆ। ਸ਼ਾਇਦ ਉਸਨੂੰ ਉਮੀਦ ਨਹੀਂ ਸੀ ਕਿ ਮੈਂ ਉਸ ਨੂੰ ਅੱਜ ਫੇਰ ਰੋਕ ਲਵਾਂਗਾ। ਮੈਂ ਉਸਦੀਆਂ ਨਜ਼ਰਾਂ ਤੋਂ ਬਚਣ ਦੀ ਕੋਸ਼ਿਸ਼ ਕਰਨ ਲੱਗਿਆ। ਉਸਨੇ ਕੁਝ ਨਹੀਂ ਕਿਹਾ। ਉਹ ਚੁੱਪਚਾਪ ਮੇਰੇ ਕਮਰੇ ਦੇ ਵੱਲ ਚਲੀ ਗਈ ਅਤੇ ਮੈਂ ਉਸਨੂੰ ਜਾਂਦੇ ਹੋਏ ਦੇਖਦਾ ਰਿਹਾ। ਉਸਦੇ ਘਰ ਦੇ ਵਿੱਚ ਆਉਣ ਦੇ ਨਾਲ ਮੇਰਾ ਸੁੰਨਾ ਪਿਆ ਘਰ ਖੁਸ਼ਹਾਲ ਹੋ ਗਿਆ ਸੀ। ਪਹਿਲੀ ਵਾਰ ਕਿਸੇ ਲੜਕੀ ਨੇ ਮੇਰੇ ਘਰ ਦੇ ਵਿੱਚ ਰੌਣਕ ਪੈਦਾ ਕੀਤੀ ਸੀ। ਮੇਰੇ ਦਿਲ ਦੇ ਅੰਦਰ ਤੱਕ ਸਕੂਨ ਭਰ ਗਿਆ ਸੀ। ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ ਸੀ। ਮੈਂ ਮੁਸਕਰਾਉਂਦੇ ਹੋਏ ਅੱਖਾਂ ਬੰਦ ਕੀਤੀਆਂ ਅਤੇ ਸੋਫੇ ਤੇ ਬੈਠ ਗਿਆ। ਉਸਦੇ ਨੇੜੇ ਹੋਣਾ ਹੀ ਮੇਰੇ ਦਿਲ ਨੂੰ ਸਕੂਨ ਪਹੁੰਚਾ ਰਿਹਾ ਸੀ। ਮੈਨੂੰ ਉੱਥੇ ਸੋਫੇ ਤੇ ਬੈਠੇ ਬੈਠੇ ਹੀ ਨੀਂਦ ਆ ਗਈ ਸੀ। ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਇਹ ਦੇਖ ਕੇ ਮੈਂ ਹੈਰਾਨ ਸੀ ਕਿ ਉਹ ਲੜਕੀ ਅਜੇ ਤੱਕ ਮੇਰੇ ਹੀ ਘਰ ਦੇ ਵਿੱਚ ਸੀ। ਬਾਹਰ ਦਾ ਮੇਨ ਗੇਟ ਅੰਦਰੋਂ ਬੰਦ ਸੀ ਅਤੇ ਮੇਰੇ ਕਮਰੇ ਦਾ ਦਰਵਾਜ਼ਾ ਹੀ ਹਲਕਾ ਜਿਹਾ ਬੰਦ ਸੀ। ਮੈਂ ਉੱਠ ਕੇ ਕਮਰੇ ਦੇ ਵਿੱਚ ਆਇਆ। ਮੈਂ ਇੱਕਦਮ ਮੁਸਕਰਾਇਆ ਸੀ ਕਿਉਂਕਿ ਉਹ ਆਰਾਮ ਦੇ ਨਾਲ ਬਿਸਤਰੇ ਤੇ ਸੌਂ ਰਹੀ ਸੀ। ਸ਼ਾਇਦ ਉਸ ਨੇ ਕੱਲ ਆਪਣੀ ਮਾਂ ਨੂੰ ਗਵਾਉਣ ਤੋਂ ਬਾਅਦ ਕਾਫੀ ਭੱਜ ਦੌੜ ਕੀਤੀ ਸੀ। ਉਸ ਦੇ ਚਿਹਰੇ ਤੋਂ ਥਕਾਵਟ ਸਾਫ਼ ਦਿਖਾਈ ਦੇ ਰਹੀ ਸੀ। ਉਸ ਦੇ ਚਿਹਰੇ ਤੇ ਵਾਲ ਖਿੰਡੇ ਹੋਏ ਸਨ। ਅਚਾਨਕ ਮੇਰਾ ਹੱਥ ਉਸ ਦੇ ਵੱਲ ਵਧਿਆ। ਮੈਂ ਉਸ ਦੇ ਵਾਲਾਂ ਨੂੰ ਉਸ ਦੇ ਚਿਹਰੇ ਤੋਂ ਹਟਾ ਕੇ ਪਿੱਛੇ ਕਰਨਾ ਚਾਹੁੰਦਾ ਸੀ, ਪਰ ਜਿਵੇਂ ਹੀ ਮੇਰੇ ਹੱਥ ਨੇ ਉਸ ਨੂੰ ਛੂਹਿਆ ਉਹ ਇੱਕਦਮ ਉੱਠ ਕੇ ਬੈਠ ਗਈ। ਟਾਈਮ ਦੇਖਿਆ ਅਤੇ ਡਰ ਗਈ। ਕਹਿਣ ਲੱਗੀ, ਇੰਨਾ ਟਾਈਮ ਹੋ ਗਿਆ, ਮੈਨੂੰ ਘਰ ਜਾਣਾ ਪਵੇਗਾ। ਪਰ ਜਿਵੇਂ ਹੀ ਉਸਨੇ ਮੈਨੂੰ ਆਪਣੇ ਇੰਨਾ ਨੇੜੇ ਦੇਖਿਆ ਉਹ ਇੱਕਦਮ ਘਬਰਾ ਗਈ ਸੀ। ਕਹਿਣ ਲੱਗੀ, ਪਲੀਜ਼ ਇਸ ਸਮੇਂ ਮੇਰੇ ਨੇੜੇ ਨਾ ਆਓ। ਮੈਂ ਰਾਤ ਨੂੰ ਤੁਹਾਨੂੰ ਮੌਕਾ ਦਿੱਤਾ ਸੀ ਨਾ ਤੁਹਾਡੀ ਕੀਮਤ ਚੁਕਾਉਣ ਦਾ। ਹੁਣ ਮੈਨੂੰ ਪਲੀਜ਼ ਘਰ ਜਾਣ ਦਿਓ। ਮੈਂ ਉਸਨੂੰ ਹੌਲੀ ਜਿਹੀ ਕਿਹਾ ਕਿ ਤੁਸੀਂ ਗਲਤ ਸਮਝ ਰਹੇ ਹੋ। ਮੈਂ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਪਰ ਉਹ ਬਹੁਤ ਜਲਦੀ ਦੇ ਵਿੱਚ ਸੀ। ਜਿਵੇਂ ਹੀ ਉਹ ਉੱਠ ਕੇ ਕਮਰੇ ਤੋਂ ਬਾਹਰ ਨਿਕਲਣ ਲੱਗੀ ਮੈਂ ਪਿੱਛੇ ਤੋਂ ਉਸਨੂੰ ਆਵਾਜ਼ ਮਾਰੀ, ਸੁਣੋ, ਤੁਹਾਡਾ ਨਾਮ ਕੀ ਹੈ? ਉਸਨੇ ਰੁਕਦੇ ਹੋਏ ਕਿਹਾ, ਮੇਰਾ ਨਾਮ ਅਨੁਸ਼ੰਕਾ ਹੈ। ਮੈਂ ਕਿਹਾ, ਅੱਜ ਰਾਤ ਫਿਰ ਆਇਓ? ਉਹ ਹੈਰਾਨ ਹੋ ਕੇ ਮੇਰੇ ਵੱਲ ਦੇਖਣ ਲੱਗੀ ਸੀ। ਮੈਂ ਕਿਹਾ, ਦੇਖੋ, ਤੁਸੀਂ ਮੇਰੀ ਕੀਮਤ ਅਜੇ ਪੂਰੀ ਨਹੀਂ ਚੁਕਾਈ ਹੈ। ਪਿਛਲੀ ਰਾਤ ਮੈਂ ਤੁਹਾਡੇ ਨੇੜੇ ਨਹੀਂ ਆਇਆ ਸੀ ਅਤੇ ਤੁਹਾਨੂੰ ਮੇਰੀ ਕੀਮਤ ਚੁਕਾਉਣੀ ਪਵੇਗੀ। ਇਸ ਕਰਕੇ ਅੱਜ ਰਾਤ ਤੁਸੀਂ ਫਿਰ ਆਇਓ। ਉਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਦੇ ਵਿੱਚ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ। ਸ਼ਾਇਦ ਉਸ ਨੂੰ ਇਹ ਅਹਿਸਾਸ ਬਹੁਤ ਤਕਲੀਫ ਦੇ ਰਿਹਾ ਸੀ ਕਿ ਅੱਜ ਰਾਤ ਫਿਰ ਉਸ ਨੂੰ ਕਿਸੇ ਮਰਦ ਨੂੰ ਖੁਸ਼ ਕਰਨ ਦੇ ਲਈ ਆਉਣਾ ਪਵੇਗਾ। ਪਰ ਮੈਂ ਜਿਵੇਂ ਮਜਬੂਰ ਹੋ ਗਿਆ ਸੀ। ਮੈਂ ਉਸ ਨੂੰ ਆਪਣੇ ਘਰ ਦੇ ਵਿੱਚ ਫਿਰ ਤੋਂ ਦੇਖਣਾ ਚਾਹੁੰਦਾ ਸੀ। ਜਿਵੇਂ ਹੀ ਉਹ ਕਮਰੇ ਤੋਂ ਬਾਹਰ ਗਈ ਮੈਂ ਵੀ ਉਸਦੇ ਪਿੱਛੇ ਪਿੱਛੇ ਬਾਹਰ ਆ ਗਿਆ। ਮੈਂ ਕਿਹਾ, ਚਲੋ ਮੈਂ ਤੁਹਾਨੂੰ ਘਰ ਛੱਡ ਦਿੰਦਾ ਹਾਂ। ਉਹ ਬਹੁਤ ਹੀ ਠੰਡੀ ਆਵਾਜ਼ ਦੇ ਵਿੱਚ ਬੋਲੀ, ਕੋਈ ਜ਼ਰੂਰਤ ਨਹੀਂ ਮੇਰੇ ਤੇ ਅਹਿਸਾਨ ਕਰਨ ਦੀ, ਮੈਂ ਖੁਦ ਚਲੀ ਜਾਵਾਂਗੀ। ਸਵੇਰੇ ਸਵੇਰੇ ਆਟੋ ਨਹੀਂ ਮਿਲਣਗੇ। ਇਹ ਸੋਚ ਕੇ ਮੈਂ ਫਿਰ ਕਿਹਾ, ਦੇਖੋ, ਜਿੱਦ ਨਾ ਕਰੋ, ਮੈਂ ਤੁਹਾਨੂੰ ਛੱਡ ਦਿੰਦਾ ਹਾਂ। ਪਰੇਸ਼ਾਨੀ ਹੋਵੇਗੀ ਤੁਹਾਨੂੰ? ਉਸਨੇ ਗੁੱਸੇ ਦੇ ਨਾਲ ਮੇਰੇ ਵੱਲ ਦੇਖਿਆ ਤੇ ਕਿਹਾ, ਪਰੇਸ਼ਾਨੀ ਤਾਂ ਮੈਨੂੰ ਹੋਰ ਵੀ ਕਈ ਗੱਲਾਂ ਤੋਂ ਹੋਈ ਸੀ। ਕੁਝ ਅਜੇ ਪਲ ਆਏ ਸੀ ਮੇਰੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨਾਲ ਮੇਰਾ ਦਿਲ ਜ਼ਖਮੀ ਹੋ ਗਿਆ ਸੀ। ਮੇਰਾ ਦਿਲ ਮਰਨ ਨੂੰ ਕੀਤਾ ਕਿ ਉਸ ਸਮੇਂ ਤੁਹਾਨੂੰ ਮੇਰੀ ਪਰੇਸ਼ਾਨੀ ਦਾ ਖਿਆਲ ਨਹੀਂ ਸੀ। ਮੈਂ ਉਸਦੇ ਕਹਿਣ ਦਾ ਮਤਲਬ ਸਾਫ਼ ਸਮਝ ਚੁੱਕਿਆ ਸੀ। ਉਹ ਕਹਿਣ ਲੱਗੀ, ਹੁਣ ਕਿਉਂ ਪਰਵਾਹ ਕਰ ਰਹੇ ਹੋ ਮੇਰੇ ਤੇ? ਕੀ ਤੁਸੀਂ ਉਦੋਂ ਮੇਰੀ ਪਰਵਾਹ ਕੀਤੀ ਸੀ? ਤਾਂ ਹੁਣ ਵੀ ਤੁਸੀਂ ਮੇਰੀ ਪਰਵਾਹ ਨਾ ਕਰੋ, ਮੈਂ ਖੁਦ ਚਲੀ ਜਾਵਾਂਗੀ। ਉਸਦੀ ਗੱਲ ਤੇ ਮੈਨੂੰ ਗੁੱਸਾ ਆਇਆ। ਉਸਦੀ ਬਾਂਹ ਨੂੰ ਮੈਂ ਮਜ਼ਬੂਤੀ ਦੇ ਨਾਲ ਫੜਿਆ ਅਤੇ ਕਿਹਾ, ਜਦੋਂ ਮੈਂ ਕਹਿ ਰਿਹਾ ਹਾਂ ਕਿ ਮੈਂ ਤੁਹਾਨੂੰ ਛੱਡ ਦਿਆਂਗਾ ਤਾਂ ਜਿੱਦ ਨਾ ਕਰੋ। ਮੈਂ ਜਲਦੀ ਨਾਲ ਗੱਡੀ ਕੱਢੀ ਅਤੇ ਬਾਂਹ ਫੜ ਕੇ ਉਸਨੂੰ ਗੱਡੀ ਦੇ ਵਿੱਚ ਬਾਹ ਲਿਆ। ਉਹ ਗੱਡੀ ਦੇ ਵਿੱਚ ਚੁੱਪਚਾਪ ਬੈਠ ਗਈ। ਗੱਲ ਕਰਨ ਦੇ ਇਰਾਦੇ ਦੇ ਨਾਲ ਮੈਂ ਉਸਨੂੰ ਪੁੱਛਿਆ ਕਿ ਸੁਣੋ, ਹੋਰ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਹੈ? ਉਸਨੇ ਗੁੱਸੇ ਨਾਲ ਕਿਹਾ ਕਿ ਤੁਹਾਨੂੰ ਮੇਰੇ ਨਾਲ ਮਤਲਬ ਹੋਣਾ ਚਾਹੀਦਾ ਹੈ, ਮੇਰੇ ਘਰ ਵਾਲਿਆਂ ਤੋਂ ਨਹੀਂ। ਮੈਂ ਹੌਲੀ ਜਿਹੀ ਕਿਹਾ ਕਿ ਤੁਸੀਂ ਇੰਨੀ ਰੁੱਖੀ ਗੱਲ ਕਿਉਂ ਕਰਦੇ ਹੋ? ਮੈਂ ਕਿੰਨੇ ਪਿਆਰ ਦੇ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਅਤੇ ਤੁਸੀਂ ਇਸ ਤਰ੍ਹਾਂ ਜਵਾਬ ਦੇ ਰਹੇ ਹੋ। ਉਸਨੇ ਬਾਰੀ ਦੇ ਵੱਲ ਮੂੰਹ ਫੇਰਦੇ ਹੋਏ ਕਿਹਾ, ਮੇਰੀ ਇੱਕ ਮਾਂ ਹੀ ਸੀ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਹੁਣ ਮੇਰਾ ਇੱਕ ਛੋਟਾ ਭਰਾ ਹੈ 8 ਸਾਲ ਦਾ। ਉਸ ਨੂੰ ਮੈਂ ਆਪਣੀ ਮਾਸੀ ਦੇ ਕੋਲ ਛੱਡ ਕੇ ਆਈ ਹਾਂ। ਮੈਂ ਉਸ ਨੂੰ ਉਸ ਦੇ ਘਰ ਦੇ ਸਾਹਮਣੇ ਛੱਡ ਦਿੱਤਾ ਅਤੇ ਘਰ ਵਾਪਸ ਆ ਗਿਆ। ਪਰ ਪੂਰੇ ਦਿਨ ਆਫਿਸ ਦੇ ਵਿੱਚ ਮੇਰੇ ਮਨ ਦੇ ਵਿੱਚ ਉਸ ਦਾ ਹੀ ਖਿਆਲ ਘੁੰਮਦਾ ਰਿਹਾ। ਜਲਦੀ ਨਾਲ ਮੈਂ ਹੁਣ ਰਾਤ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ। ਮੈਨੂੰ ਯਕੀਨ ਸੀ ਕਿ ਉਹ ਫਿਰ ਆਵੇਗੀ। ਉਹ ਬਹੁਤ ਹੀ ਇਮਾਨਦਾਰ ਸੀ ਅਤੇ ਉਹ ਆਪਣਾ ਵਾਅਦਾ ਨਿਭਾਉਣ ਦੇ ਲਈ ਫਿਰ ਆਵੇਗੀ। ਰਾਤ ਠੀਕ 10 ਵਜੇ ਉਹ ਮੇਰੇ ਘਰ ਦੇ ਵਿੱਚ ਦਾਖਲ ਹੋਈ ਸੀ। ਉਸ ਨੂੰ ਦੇਖ ਕੇ ਮੇਰੇ ਚਿਹਰੇ ਤੇ ਖੁਸ਼ੀ ਆ ਗਈ ਸੀ, ਪਰ ਉਹ ਅੱਜ ਬਹੁਤ ਜ਼ਿਆਦਾ ਬੇਚੈਨ ਦਿਖ ਰਹੀ ਸੀ। ਆਪਣੇ ਹੱਥਾਂ ਦੀਆਂ ਉਂਗਲਾਂ ਮਰੋੜ ਰਹੀ ਸੀ। ਮੈਂ ਉਸਦਾ ਹੱਥ ਫੜ ਕੇ ਉਸਨੂੰ ਸੋਫੇ ਤੇ ਬਿਠਾ ਲਿਆ। ਮੈਂ ਕਿਹਾ, ਕੀ ਹੋਇਆ? ਤੁਸੀਂ ਇੰਨਾ ਪਰੇਸ਼ਾਨ ਕਿਉਂ ਹੋ? ਕਹਿਣ ਲੱਗੀ, ਦੇਖੋ, ਤੁਸੀਂ ਮੈਨੂੰ 2 ਘੰਟਿਆਂ ਦੇ ਵਿੱਚ ਫ੍ਰੀ ਕਰ ਦਿਓ, ਮੈਂ ਜਲਦੀ ਘਰ ਜਾਣਾ ਹੈ। ਮੈਂ ਹੈਰਾਨੀ ਦੇ ਨਾਲ ਉਸਨੂੰ ਦੇਖਿਆ ਤੇ ਪੁੱਛਿਆ, ਕਿਉਂ? ਉਸਨੇ ਕਿਹਾ, ਮੇਰਾ ਛੋਟਾ ਭਰਾ ਘਰ ਦੇ ਵਿੱਚ ਇਕੱਲਾ ਹੈ। ਮੈਂ ਉਸਨੂੰ ਪੂਰੀ ਰਾਤ ਦੇ ਲਈ ਘਰ ਦੇ ਵਿੱਚ ਇਕੱਲਾ ਨਹੀਂ ਛੱਡ ਸਕਦੀ। ਉਸਦੀ ਗੱਲ ਸੁਣ ਕੇ ਮੇਰਾ ਦਿਲ ਬੈਠ ਗਿਆ। ਮੈਂ ਤਾਂ ਉਸਨੂੰ ਰਾਤ ਭਰ ਆਪਣੇ ਕੋਲ ਰੱਖਣਾ ਚਾਹੁੰਦਾ ਸੀ। ਉਸਦੀ ਮੌਜੂਦਗੀ ਦੇ ਨਾਲ ਆਪਣੇ ਦਿਲ ਨੂੰ ਸਕੂਨ ਦੇਣਾ ਚਾਹੁੰਦਾ ਸੀ। ਮੈਂ ਕੁਝ ਸੋਚ ਕੇ ਕਿਹਾ, ਤੁਸੀਂ ਆਪਣੇ ਭਰਾ ਨੂੰ ਵੀ ਇੱਥੇ ਹੀ ਲੈ ਆਓ। ਮੇਰੀ ਇਸ ਗੱਲ ਤੇ ਉਹ ਪੂਰੀ ਤਰ੍ਹਾਂ ਭੜਕ ਗਈ। ਉਸਦੀਆਂ
ਦੀਆਂ ਅੱਖਾਂ ਦੇ ਵਿੱਚ ਮੇਰੇ ਲਈ ਨਫ਼ਰਤ ਸੀ। ਕਹਿਣ ਲੱਗੀ, ਤੁਹਾਡਾ ਦਿਮਾਗ ਤਾਂ ਠੀਕ ਹੈ, ਤੁਸੀਂ ਮੈਨੂੰ ਸਮਝ ਕੀ ਰੱਖਿਆ ਹੈ? ਜਦੋਂ ਚਾਹੇ ਬੁਲਾਉਂਦੇ ਹੋ, ਜਦੋਂ ਚਾਹੇ ਆਪਣੇ ਨੇੜੇ ਲੈ ਕੇ ਆਉਂਦੇ ਹੋ, ਅਤੇ ਹੁਣ ਤੁਸੀਂ ਮੇਰੇ ਭਰਾ ਨੂੰ ਵੀ ਇੱਥੇ ਲੈ ਕੇ ਆਉਣ ਦੀ ਗੱਲ ਕਰ ਰਹੇ ਹੋ। ਤੁਸੀਂ ਨਹੀਂ ਜਾਣਦੇ ਕਿ ਮੇਰੇ ਲਈ ਇਹ ਪਲ ਕਿੰਨੇ ਦੁੱਖ ਵਾਲੇ ਹੁੰਦੇ ਹਨ, ਜਿਵੇਂ ਮੈਂ ਮੌਤ ਦੇ ਡਰ ਦੇ ਵਿੱਚ ਜਾ ਰਹੀ ਹਾਂ। ਕਿਉਂ ਤੁਸੀਂ ਮੈਨੂੰ ਪਲ ਪਲ ਮੌਤ ਦੀ ਸਜ਼ਾ ਦਿੰਦੇ ਹੋ? ਇੱਕ ਵਾਰ ਹੀ ਮੈਨੂੰ ਸੂਲੀ ਤੇ ਚੜਾ ਦਿਓ ਅਤੇ ਖਤਮ ਕਰ ਦਿਓ ਇਸ ਕਿੱਸੇ ਨੂੰ। ਬਾਰ-ਬਾਰ ਮੈਨੂੰ ਇਹ ਅਹਿਸਾਸ ਕਿਉਂ ਕਰਵਾਉਂਦੇ ਹੋ ਕਿ ਮੈਂ ਤੁਹਾਡੇ ਨੇੜੇ ਆਉਣਾ ਹੈ, ਆਪਣੀ ਇੱਜ਼ਤ ਨੂੰ ਤੁਹਾਡੇ ਪੈਰਾਂ ਦੇ ਵਿੱਚ ਇੱਕ ਵਾਰ ਫਿਰ ਰੱਖਣਾ ਹੈ? ਉਸ ਦੀਆਂ ਗੱਲਾਂ ਨੇ ਮੇਰਾ ਦਿਲ ਚੀਰ ਦਿੱਤਾ ਸੀ। ਕਹਿਣ ਲੱਗੀ, ਤੁਹਾਨੂੰ ਮੇਰੇ ਤੋਂ ਹੋਰ ਕੀ ਚਾਹੀਦਾ ਹੈ? ਤੁਸੀਂ ਆਪਣੀ ਹਵਸ ਮਟਾਉਣੀ ਹੈ ਨਾ, ਤਾਂ ਇਸ ਦੇ ਵਿੱਚ ਇੰਨਾ ਸੋਚ ਵਿਚਾਰ ਕਿਉਂ? ਇਹ ਕਹਿੰਦੇ ਕਹਿੰਦੇ ਉਸਨੇ ਆਪਣਾ ਦੁਪੱਟਾ ਲਾ ਕੇ ਦੂਰ ਸੁੱਟ ਦਿੱਤਾ ਸੀ। ਕਹਿਣ ਲੱਗੀ, ਲਓ ਆਪਣੀ ਹਵਸ ਸ਼ਾਂਤ ਕਰ ਲਓ। ਉਸ ਦੀ ਇਹ ਗੱਲ ਮੇਰੇ ਦਿਲ ਦੇ ਵਿੱਚ ਉਤਰ ਗਈ ਸੀ। ਮੇਰਾ ਦਿਲ ਦੁੱਖ ਦੇ ਨਾਲ ਭਰ ਗਿਆ ਸੀ। ਮੈਂ ਉਸਦਾ ਦੁਪੱਟਾ ਚੱਕ ਕੇ ਉਸਦੇ ਮੋਢਿਆਂ ਤੇ ਰੱਖ ਦਿੱਤਾ ਅਤੇ ਹੌਲੀ ਜਿਹੀ ਕਿਹਾ, ਪਲੀਜ਼ ਅਨੁਸ਼ੰਕਾ, ਮੇਰੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੇ ਲਈ ਆ ਜਾਓ। ਪਰ ਉਸਨੇ ਆਪਣੇ ਆਪ ਨੂੰ ਮੇਰੇ ਤੋਂ ਦੂਰ ਕਰ ਲਿਆ ਸੀ। ਅੱਖਾਂ ਦੇ ਵਿੱਚ ਨਫ਼ਰਤ ਲੈ ਕੇ ਕਿਹਾ, ਤੁਹਾਡੇ ਵਰਗੇ ਘਟੀਆ ਇਨਸਾਨ ਦੇ ਨਾਲ ਜ਼ਿੰਦਗੀ ਦੀ ਡੋਰ ਨਹੀਂ ਬੰਨ੍ਹੀ ਜਾ ਸਕਦੀ। ਤੁਸੀਂ ਮੇਰੇ ਮਿੰਨਤਾਂ ਕਰਨ ਦੇ ਬਾਵਜੂਦ ਵੀ ਮੈਨੂੰ ਵਰਤਿਆ। ਤੁਹਾਡੇ ਲਈ ਮੇਰੇ ਦਿਲ ਦੇ ਵਿੱਚ ਸਿਰਫ ਹੁਣ ਨਫ਼ਰਤ ਹੈ। ਉਸਨੇ ਆਪਣੇ ਕੰਨਾਂ ਦੇ ਵਿੱਚੋਂ ਸੋਨੇ ਦੀਆਂ ਬਾਲੀਆਂ ਲਾ ਕੇ ਮੇਰੇ ਹੱਥ ਦੇ ਵਿੱਚ ਰੱਖ ਦਿੱਤੀਆਂ। ਕਹਿਣ ਲੱਗੀ, ਇਹ ਰਹੀ ਮੇਰੀ ਮਾਂ ਦੀ ਆਖਰੀ ਨਿਸ਼ਾਨੀ। ਤੁਹਾਡਾ ਪੂਰਾ ਕਰਜ਼ਾ ਮੇਰੇ ਉੱਪਰੋਂ ਲੈ ਚੁੱਕਿਆ ਹੈ। ਹੁਣ ਮੈਂ ਦੁਬਾਰਾ ਤੁਹਾਡੇ ਕੋਲ ਨਹੀਂ ਆਵਾਂਗੀ। ਉਹ ਚਲੀ ਗਈ ਸੀ ਅਤੇ ਮੇਰਾ ਦਿਲ ਉਦਾਸ ਹੋ ਗਿਆ। ਉਸ ਦੀਆਂ ਦਿੱਤੀਆਂ ਹੋਈਆਂ ਬਾਲੀਆਂ ਮੈਂ ਆਪਣੀ ਮੁੱਠੀ ਦੇ ਵਿੱਚ ਬੰਦ ਕਰ ਰਹੀਆਂ। ਕਈ ਦਿਨ ਲੰਘ ਗਏ ਅਤੇ ਉਹ ਸੱਚਮੁੱਚ ਵਾਪਸ ਨਹੀਂ ਆਈ ਸੀ। ਮੈਂ ਪੂਰੀ ਰਾਤ ਤੜਫਦਾ ਰਹਿੰਦਾ ਸੀ, ਆਪਣੀ ਹਵਸ ਦੇ ਲਈ ਨਹੀਂ ਬਲਕਿ ਉਸਦੇ ਪਿਆਰ ਦੇ ਲਈ। ਉਸ ਨੂੰ ਦੇਖੇ ਬਿਨਾਂ ਮੇਰੇ ਦਿਲ ਨੂੰ ਸਕੂਨ ਨਹੀਂ ਮਿਲਦਾ ਸੀ। ਮੈਂ ਨਹੀਂ ਜਾਣਦਾ ਸੀ ਕਿ ਇਹ ਕਿਸ ਤਰ੍ਹਾਂ ਦਾ ਪਿਆਰ ਸੀ ਅਤੇ ਕਿਸ ਤਰ੍ਹਾਂ ਦਾ ਅਹਿਸਾਸ ਸੀ ਜੋ ਮੈਨੂੰ ਅਨੁਸ਼ਕਾ ਦੇ ਲਈ ਫੀਲ ਹੋ ਰਿਹਾ ਸੀ। ਅਜਿਹਾ ਤਾਂ ਮੈਂ ਕਦੇ ਨੈਣਾ ਦੇ ਨਾਲ ਵੀ ਮਹਿਸੂਸ ਨਹੀਂ ਕੀਤਾ ਸੀ। ਇਸ ਉਲਝਣ ਦੇ ਵਿੱਚ ਮੈਂ ਵਿਨੋਦ ਨੂੰ ਬੁਲਾ ਲਿਆ ਅਤੇ ਉਸਦੇ ਸਾਹਮਣੇ ਆਪਣਾ ਦਿਲ ਖੋਲ੍ਹ ਕੇ ਰੱਖ ਦਿੱਤਾ। ਵਿਨੋਦ ਮੇਰੀ ਹਾਲਤ ਦੇਖ ਕੇ ਸ਼ਾਂਤ ਸੀ, ਪਰ ਉਸ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਵੀ ਸੀ। ਉਸਨੇ ਮੁਸਕਰਾਉਂਦੇ ਹੋਏ ਕਿਹਾ, ਯਾਰ ਇਹ ਤਾਂ ਬਹੁਤ ਚੰਗੀ ਗੱਲ ਹੈ। ਤੂੰ ਕਹੇ ਤਾਂ ਮੈਂ ਭਾਬੀ ਦੇ ਨਾਲ ਗੱਲ ਕਰਾਂ? ਮੈਂ ਉਸ ਨੂੰ ਮਜ਼ਾਕ ਦੇ ਵਿੱਚ ਹਲਕਾ ਜਿਹਾ ਮਾਰਿਆ ਤੇ ਕਿਹਾ, ਬੇਵਕੂਫ, ਉਹ ਮੇਰੇ ਨਾਲ ਗੱਲ ਕਰਨ ਦੇ ਲਈ ਵੀ ਤਿਆਰ ਨਹੀਂ ਅਤੇ ਤੂੰ ਉਸ ਨੂੰ ਹੁਣੇ ਹੀ ਆਪਣੀ ਭਾਬੀ ਬਣਾ ਲਿਆ। ਵਿਨੋਦ ਹੱਸਦੇ ਹੋਏ ਬੋਲਿਆ, ਮੇਰਾ ਦੋਸਤ ਬਹੁਤ ਚੰਗਾ ਹੈ, ਉਸ ਨੂੰ ਕੋਈ ਲੜਕੀ ਮਨਾ ਕਰ ਹੀ ਨਹੀਂ ਸਕਦੀ। ਅੰਦਰ ਦੀ ਸਾਰੀ ਬੁਰਾਈ ਹੁਣ ਖਤਮ ਹੋ ਚੁੱਕੀ ਹੈ। ਹੁਣ ਤੂੰ ਇੱਕਦਮ ਸਾਫ਼ ਸੁਥਰਾ ਇਨਸਾਨ ਹੈ। ਬਸ ਤੂੰ ਮੈਨੂੰ ਐਡਰੈਸ ਦੇ, ਮੈਂ ਗੱਲ ਕਰਦਾ ਹਾਂ। ਜ਼ਬਰਦਸਤੀ ਵਿਨੋਦ ਨੇ ਮੇਰੇ ਤੋਂ ਅਨੁਸ਼ਕਾ ਦਾ ਐਡਰੈਸ ਲੈ ਲਿਆ। ਅੱਧਾ ਘੰਟਾ ਹੋ ਗਿਆ ਸੀ ਅਤੇ ਮੈਂ ਬੇਸਬਰੀ ਦੇ ਨਾਲ ਵਿਨੋਦ ਦੇ ਵਾਪਸ ਮੁੜਨ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਉਸ ਸਮੇਂ ਹੀ ਮੇਰੇ ਫੋਨ ਤੇ ਵਿਨੋਦ ਦਾ ਫੋਨ ਆਉਣ ਲੱਗਿਆ। ਮੈਂ ਫੋਨ ਚੱਕਿਆ। ਉਸ ਦੀ ਘਬਰਾਈ ਹੋਈ ਆਵਾਜ਼ ਸੁਣ ਕੇ ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਿਆ। ਕਹਿਣ ਲੱਗਿਆ, ਸਿਧਾਰਥ, ਜਲਦੀ ਦੇ ਨਾਲ ਅਨੁਸ਼ਕਾ ਦੇ ਘਰ ਪਹੁੰਚ। ਇੱਥੇ ਇੱਕ ਬਹੁਤ ਵੱਡੀ ਗੜਬੜ ਹੋ ਗਈ ਹੈ। ਮੈਂ ਘਬਰਾ ਕੇ ਪੁੱਛਿਆ, ਵਿਨੋਦ, ਹੋਇਆ ਕੀ ਹੈ? ਦੱਸੋ ਤਾਂ ਸਹੀ। ਵਿਨੋਦ ਨੇ ਕਿਹਾ, ਮੈਂ ਫੋਨ ਤੇ ਨਹੀਂ ਦੱਸ ਸਕਦਾ, ਬਸ ਤੂੰ ਜਲਦੀ ਆ ਜਾ। ਮੈਂ ਜਲਦੀ ਦੇ ਨਾਲ ਆਫਿਸ ਦੇ ਵਿੱਚੋਂ ਬਾਹਰ ਨਿਕਲਿਆ ਤੇ ਗੱਡੀ ਚਲਾਉਂਦਾ ਹੋਇਆ ਤੇਜ਼ੀ ਨਾਲ ਅਨੁਸ਼ਕਾ ਦੇ ਘਰ ਪਹੁੰਚਿਆ। ਉੱਥੋਂ ਦਾ ਦ੍ਰਿਸ਼ ਦੇਖ ਕੇ ਮੇਰੀ ਹਾਲਤ ਖਰਾਬ ਹੋ ਗਈ ਸੀ। ਅਨੁਸ਼ਕਾ ਦਾ 8 ਸਾਲ ਦਾ ਭਰਾ ਰੋ ਰਿਹਾ ਸੀ। ਵਿਨੋਦ ਨੇ ਮੈਨੂੰ ਦੱਸਿਆ ਕਿ ਅਨੁਸ਼ਕਾ ਨੂੰ ਕੁਝ ਲੋਕ ਚੱਕ ਕੇ ਲੈ ਗਏ ਹਨ। ਮੈਂ ਅਨੁਸ਼ਕਾ ਦੇ ਰੋਂਦੇ ਹੋਏ ਭਰਾ ਰੋਣ ਨੂੰ ਗੱਲ ਲਗਾਇਆ ਅਤੇ ਪੁੱਛਿਆ ਕਿ ਦੱਸੋ ਬੇਟਾ, ਦੀਦੀ ਨੂੰ ਉਹ ਲੋਕ ਕਿੱਥੇ ਲੈ ਕੇ ਗਏ ਹਨ? ਰੋਂਦੇ ਰੋਂਦੇ ਨੇ ਉਸਨੇ ਦੱਸਿਆ ਕਿ ਉਹ 5 ਲੋਕ ਸਨ। ਉਹ ਕਹਿ ਰਹੇ ਸਨ ਕਿ ਸਾਡੀ ਮਾਂ ਨੇ ਇਹ ਘਰ ਉਹਨਾਂ ਦੇ ਕੋਲ ਗਹਿਣੇ ਰੱਖ ਦਿੱਤਾ ਸੀ ਅਤੇ ਹੁਣ ਇਹ ਮਕਾਨ ਉਹਨਾਂ ਦਾ ਹੈ। ਜਦੋਂ ਦੀਦੀ ਨੇ ਇਸ ਘਰ ਤੋਂ ਜਾਣ ਤੋਂ ਇਨਕਾਰ ਕੀਤਾ ਤਾਂ ਉਹ ਲੋਕ ਗੁੱਸੇ ਦੇ ਵਿੱਚ ਆ ਗਏ ਅਤੇ ਦੀਦੀ ਨੂੰ ਧੱਕੇ ਨਾਲ ਚੱਕ ਕੇ ਲੈ ਗਏ। ਮੈਂ ਪੁੱਛਿਆ ਕਿ ਕੁਝ ਤਾਂ ਅੰਦਾਜ਼ਾ ਹੋਵੇਗਾ ਬੇਟਾ ਕਿ ਉਹ ਤੁਹਾਡੀ ਦੀਦੀ ਨੂੰ ਕਿੱਥੇ ਲੈ ਕੇ ਗਏ ਹਨ? ਉਸ ਬੱਚੇ ਨੇ ਆਪਣੀ ਜੇਬ ਦੇ ਵਿੱਚੋਂ ਮੋਬਾਈਲ ਕੱਢ ਕੇ ਇੱਕ ਨੰਬਰ ਦਿਖਾਇਆ ਤੇ ਕਿਹਾ, ਇਸ ਨੰਬਰ ਤੋਂ ਦੀਦੀ ਨੂੰ ਫੋਨ ਆਉਂਦਾ ਸੀ। ਉਹ ਆਦਮੀ ਦੀਦੀ ਨੂੰ ਪਹਿਲਾਂ ਤੋਂ ਤੰਗ ਕਰ ਰਿਹਾ ਸੀ। ਮੈਂ ਝੱਟ ਉਸ ਨੰਬਰ ਦੀ ਲੋਕੇਸ਼ਨ ਟਰੈਕ ਕਰਨੀ ਸ਼ੁਰੂ ਕੀਤੀ। ਮੈਂ ਅਤੇ ਵਿਨੋਦ ਉਸ ਲੋਕੇਸ਼ਨ ਦੇ ਲਈ ਨਿਕਲ ਪਏ। ਥੋੜੀ ਦੂਰ ਇੱਕ ਬਸਤੀ ਦੇ ਵਿੱਚ ਇੱਕ ਟੁੱਟਿਆ ਹੋਇਆ ਖੰਡਰ ਮਕਾਨ ਸੀ। ਲੋਕੇਸ਼ਨ ਉੱਥੋਂ ਦੀ ਹੀ ਸੀ। ਜਿਵੇਂ ਹੀ ਮੈਂ ਅਤੇ ਵਿਨੋਦ ਅੰਦਰ ਪਹੁੰਚੇ, ਮੈਨੂੰ ਅਨੁਸ਼ਕਾ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਉਹਨਾਂ 5 ਆਦਮੀਆਂ ਦੇ ਸਾਹਮਣੇ ਬੈਠੀ ਮਿੰਨਤਾਂ ਕਰ ਰਹੀ ਸੀ ਅਤੇ ਉਹ ਹਵਸ ਭਰੀਆਂ ਨਜ਼ਰਾਂ ਦੇ ਨਾਲ ਉਸਦੇ ਵੱਲ ਵੱਧ ਰਹੇ ਸਨ। ਮੇਰਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ। ਮੈਂ ਬਿਨਾਂ ਦੇਰ ਕੀਤੇ ਦਰਵਾਜ਼ਾ ਤੋੜਿਆ। ਮੈਨੂੰ ਦੇਖਦੇ ਹੀ ਅਨੁਸ਼ਕਾ ਦੇ
ਚਿਹਰੇ ਤੇ ਸਕੂਨ ਦੀ ਲਹਿਰ ਦੌੜ ਗਈ ਸੀ। ਉਹ ਭੱਜ ਕੇ ਮੇਰੇ ਕੋਲ ਆਈ ਅਤੇ ਮੇਰੇ ਗਲ ਦੇ ਨਾਲ ਲੱਗ ਗਈ। ਮੈਂ ਉਸ ਨੂੰ ਉਸ ਦੀ ਕਮਰ ਤੋਂ ਫੜ ਲਿਆ ਅਤੇ ਉਸ ਨੂੰ ਆਪਣੇ ਨੇੜੇ ਕਰਕੇ ਉਸ ਦੇ ਸਿਰ ਦੇ ਵਿੱਚ ਹੱਥ ਫੇਰਦੇ ਹੋਏ ਉਸ ਨੂੰ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਅਤੇ ਉਸ ਦੇ ਹੰਝੂ ਪੂੰਝਦੇ ਹੋਏ ਕਿਹਾ, ਅਨੁਸ਼ਕਾ, ਹੁਣ ਕੁਝ ਨਹੀਂ ਹੋਵੇਗਾ ਤੈਨੂੰ, ਮੈਂ ਹੁਣ ਆ ਗਿਆ ਹਾਂ। ਉਹ ਪੰਜੋਂ ਆਦਮੀ ਘਬਰਾ ਕੇ ਇੱਕ ਦੂਜੇ ਨੂੰ ਦੇਖਣ ਲੱਗੇ। ਫਿਰ ਉਹਨਾਂ ਵਿੱਚੋਂ ਇੱਕ ਨੇ ਇਸ਼ਾਰਾ ਕੀਤਾ ਅਤੇ ਉਹ ਮੇਰੇ ਵੱਲ ਵਧੇ, ਪਰ ਮੈਂ ਅਤੇ ਵਿਨੋਦ ਨੇ ਚੰਗੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਕੀਤੀ ਸੀ। ਮੈਂ ਅਨੁਸ਼ਕਾ ਨੂੰ ਘਰ ਲੈ ਆਇਆ। ਉਸ ਦਾ ਭਰਾ ਬਹੁਤ ਖੁਸ਼ ਹੋਇਆ ਸੀ, ਪਰ ਅਨੁਸ਼ਕਾ ਕੁਝ ਸ਼ਰਮਿੰਦਾ ਦਿਖ ਰਹੀ ਸੀ। ਉਹ ਕਹਿਣ ਲੱਗੀ, ਸਿਧਾਰਥ ਜੀ, ਮੈਨੂੰ ਮਾਫ਼ ਕਰ ਦਿਓ। ਉਸ ਦਿਨ ਮੈਂ ਤੁਹਾਨੂੰ ਬਹੁਤ ਬੁਰਾ ਭਲਾ ਕਿਹਾ, ਹਾਲਾਂਕਿ ਗਲਤੀ ਤੁਹਾਡੀ ਨਹੀਂ, ਮੇਰੀ ਵੀ ਤਾਂ ਸੀ। ਮੈਂ ਖੁਦ ਹੀ ਤੁਹਾਡੇ ਕੋਲ ਆਈ ਸੀ। ਤੁਸੀਂ ਤਾਂ ਜੋ ਕੁਝ ਵੀ ਮੇਰੇ ਨਾਲ ਕੀਤਾ ਸੀ ਉਹ ਮੇਰੀ ਮਰਜ਼ੀ ਦੇ ਨਾਲ ਕੀਤਾ ਸੀ। ਬਦਲੇ ਦੇ ਵਿੱਚ ਮੈਂ ਤੁਹਾਡੇ ਤੋਂ ਕੀਮਤ ਵੀ ਲਈ ਸੀ। ਫਿਰ ਵੀ ਮੈਂ ਤੁਹਾਨੂੰ ਇੰਨੀਆਂ ਸਾਰੀਆਂ ਗੱਲਾਂ ਸੁਣਾ ਦਿੱਤੀਆਂ ਅਤੇ ਅੱਜ ਤੁਸੀਂ ਮੇਰੀ ਇੱਜ਼ਤ ਬਚਾਈ। ਮੈਂ ਉਸ ਦੀਆਂ ਅੱਖਾਂ ਦੇ ਵਿੱਚ ਦੇਖਿਆ ਅਤੇ ਕਿਹਾ, ਅਨੁਸ਼ਕਾ, ਕਿ ਹੁਣ ਤੁਹਾਡਾ ਇੱਥੇ ਰਹਿਣਾ ਸਹੀ ਨਹੀਂ ਹੈ। ਮੇਰੇ ਨਾਲ ਚੱਲੋ, ਤੁਸੀਂ ਅਤੇ ਤੁਹਾਡਾ ਭਰਾ ਮੇਰੇ ਘਰ ਦੇ ਵਿੱਚ ਰਹੋਗੇ। ਮੈਂ ਤੁਹਾਨੂੰ ਬਿਨਾਂ ਕਿਸੇ ਸ਼ਰਤ ਦੇ ਆਪਣੇ ਘਰ ਦੇ ਵਿੱਚ ਰੱਖਾਂਗਾ, ਪਰ ਦੇਖੋ, ਤੁਸੀਂ ਮੇਰੇ ਲਈ ਖਾਣਾ ਬਣਾਓਗੇ। ਮੇਰਾ ਰਸੋਈ ਵਾਲਾ ਬਹੁਤ ਗੰਦਾ ਖਾਣਾ ਬਣਾਉਂਦਾ ਹੈ ਅਤੇ ਇਸ ਕੰਮ ਦੇ ਲਈ ਮੈਂ ਤੁਹਾਨੂੰ ਪੂਰੀ ਤਨਖਾਹ ਵੀ ਦਿਆਂਗਾ। ਮੇਰੀ ਗੱਲ ਤੇ ਅਨੁਸ਼ਕਾ ਹੌਲੀ ਜਿਹੀ ਹੱਸ ਪਈ ਸੀ। ਸ਼ਾਇਦ ਉਸਨੂੰ ਵੀ ਸਮਝ ਆ ਗਿਆ ਸੀ ਕਿ ਇੱਥੇ ਰਹਿਣਾ ਉਸਦੇ ਲਈ ਠੀਕ ਨਹੀਂ ਹੈ। ਉਹ ਆਪਣੇ ਭਰਾ ਨੂੰ ਲੈ ਕੇ ਮੇਰੇ ਨਾਲ ਰਹਿਣ ਲੱਗੀ। ਅਨੁਸ਼ਕਾ ਦੇ ਘਰ ਦੇ ਵਿੱਚ ਆਉਣ ਦੇ ਨਾਲ ਮੇਰਾ ਸੁਭਾਅ ਬਦਲ ਗਿਆ ਸੀ। ਉਸ ਦੀ ਸੰਗਤ ਮੈਨੂੰ ਸਕੂਨ ਦੇਣ ਲੱਗੀ ਸੀ। ਆਉਂਦੇ ਹੀ ਉਸਨੇ ਮੇਰੇ ਘਰ ਨੂੰ ਸੰਭਾਲ ਲਿਆ ਸੀ। ਉਸਦੇ ਹੱਥਾਂ ਦੇ ਵਿੱਚ ਜਾਦੂ ਸੀ। ਉਸਦੇ ਹੱਥਾਂ ਦੇ ਨਾਲ ਬਣਾਏ ਹੋਏ ਖਾਣੇ ਦੇ ਨਾਲ ਮੇਰਾ ਢਿੱਡ ਭਰ ਜਾਂਦਾ, ਪਰ ਮੇਰਾ ਦਿਲ ਨਹੀਂ ਭਰਦਾ ਸੀ। ਹੌਲੀ ਹੌਲੀ ਅਨੁਸ਼ਕਾ ਮੇਰੀ ਜ਼ਿੰਦਗੀ ਦਾ ਹਿੱਸਾ ਬਣਦੀ ਚਲੀ ਗਈ। ਮੈਂ ਅਨੁਸ਼ਕਾ ਦੇ ਭਰਾ ਦਾ ਐਡਮਿਸ਼ਨ ਇੱਕ ਚੰਗੇ ਸਕੂਲ ਦੇ ਵਿੱਚ ਕਰਵਾ ਦਿੱਤਾ। ਸਮਾਂ ਤੇਜ਼ੀ ਨਾਲ ਬੀਤ ਰਿਹਾ ਸੀ ਅਤੇ ਅਨੁਸ਼ਕਾ ਨੂੰ ਮੇਰੇ ਘਰ ਦੇ ਵਿੱਚ ਆਏ ਹੋਏ ਪੂਰੇ 5 ਮਹੀਨੇ ਹੋ ਗਏ ਸਨ। ਇਹਨਾਂ 5 ਮਹੀਨਿਆਂ ਦੇ ਵਿੱਚ ਮੈਂ ਇੱਕ ਜਾਨਵਰ ਤੋਂ ਇਨਸਾਨ ਬਣ ਚੁੱਕਿਆ ਸੀ। ਅਨੁਸ਼ਕਾ ਵੀ ਹੁਣ ਮੇਰੇ ਨਾਲ ਖੁੱਲ੍ਹ ਕੇ ਗੱਲਾਂ ਕਰਨ ਲੱਗੀ ਸੀ। ਉਹ ਮੇਰੀ ਹਰ ਇੱਕ ਛੋਟੀ ਵੱਡੀ ਗੱਲ ਦਾ ਖਿਆਲ ਰੱਖਣ ਲੱਗੀ ਸੀ, ਜਿਵੇਂ ਮੈਂ ਉਸਦੇ ਲਈ ਬਹੁਤ ਖਾਸ ਹਾਂ। ਮੈਂ ਉਸਦੇ ਲਈ ਆਪਣੇ ਦਿਲ ਦੇ ਵਿੱਚ ਪੈਦਾ ਹੋ ਰਹੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਰਿਹਾ ਸੀ। ਮੈਂ ਚਾਹੁੰਦਾ ਸੀ ਕਿ ਮੈਂ ਉਸਨੂੰ ਆਪਣੀਆਂ ਭਾਵਨਾਵਾਂ ਦੇ ਬਾਰੇ ਦੱਸਾਂ, ਉਸਨੂੰ ਆਪਣੇ ਗਲ ਦੇ ਨਾਲ ਲਗਾਵਾਂ, ਪਰ ਹਰ ਵਾਰ ਮੇਰੀ ਹਿੰਮਤ ਜਵਾਬ ਦੇ ਜਾਂਦੀ। ਅਨੁਸ਼ਕਾ ਦੇ ਨਾਲ ਬਿਤਾਏ ਹੋਏ ਉਹ ਖੂਬਸੂਰਤ ਪਲ ਜਦੋਂ ਮੈਨੂੰ ਯਾਦ ਆਉਂਦੇ ਤਾਂ ਮੇਰੇ ਦਿਲ ਦੇ ਵਿੱਚ ਹਲਚਲ ਮਚ ਜਾਂਦੀ। ਮੇਰਾ ਦਿਲ ਕਰਦਾ ਸੀ ਕਿ ਮੈਂ ਫਿਰ ਤੋਂ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਵਾਂ, ਪਰ ਹੁਣ ਮੈਂ ਉਸਦੇ ਨਾਲ ਕੋਈ ਜ਼ਬਰਦਸਤੀ ਨਹੀਂ ਕਰਨਾ ਚਾਹੁੰਦਾ ਸੀ। ਮੈਂ ਪੂਰੇ ਹੱਕ ਅਤੇ ਸਨਮਾਨ ਦੇ ਨਾਲ ਉਸਨੂੰ ਅਪਣਾਉਣਾ ਚਾਹੁੰਦਾ ਸੀ, ਉਸਦੀ ਪੂਰੀ ਇੱਜ਼ਤ ਕਰਦੇ ਹੋਏ, ਪਰ ਕਿਵੇਂ, ਇਹ ਮੈਨੂੰ ਸਮਝ ਨਹੀਂ ਆ ਰਿਹਾ ਸੀ। ਮੈਂ ਆਪਣੀ ਇਸ ਉਲਝਣ ਨੂੰ ਮੈਂ ਵਿਨੋਦ ਦੇ ਨਾਲ ਸਾਂਝਾ ਕੀਤਾ ਅਤੇ ਉਸਨੇ ਚੁਟਕੀਆਂ ਦੇ ਵਿੱਚ ਇਸ ਦਾ ਹੱਲ ਕੱਢਦੇ ਹੋਏ ਕਿਹਾ, ਯਾਰ, ਉਸਦੇ ਨਾਲ ਵਿਆਹ ਕਰ ਲੈ, ਉਹ ਇੱਕ ਜਾਇਜ਼ ਰਿਸ਼ਤਾ ਜੋੜ ਲੈ, ਉਸਦੇ ਨਾਲ ਤੇਰੇ ਮਨ ਦੀਆਂ ਸਾਰੀਆਂ ਗੱਲਾਂ ਪੂਰੀਆਂ ਹੋ ਜਾਣਗੀਆਂ। ਮੈਂ ਵਿਨੋਦ ਨੂੰ ਕਿਹਾ, ਯਾਰ, ਪਰ ਉਹ ਮੇਰੇ ਨਾਲ ਵਿਆਹ ਕਰਨ ਦੇ ਲਈ ਤਿਆਰ ਨਹੀਂ ਹੋਵੇਗੀ। ਇੱਕ ਵਾਰ ਮੈਂ ਉਸਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸਨੇ ਮੈਨੂੰ ਦੂਰ ਕਰ ਦਿੱਤਾ ਸੀ। ਹੁਣ ਦੁਬਾਰਾ ਮੇਰੀ ਹਿੰਮਤ ਨਹੀਂ ਪੈਂਦੀ। ਵਿਨੋਦ ਨੇ ਮੇਰੇ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਕਿਹਾ, ਇਸ ਦਾ ਹੱਲ ਮੇਰੇ ਕੋਲ ਹੈ, ਕੱਲ੍ਹ ਤਿਆਰ ਰਹੀ, ਮੈਂ ਸਭ ਕੁਝ ਠੀਕ ਕਰ ਦਿਆਂਗਾ। ਅਗਲੇ ਦਿਨ ਮੈਂ ਬੇਚੈਨੀ ਦੇ ਨਾਲ ਇੱਧਰ ਉੱਧਰ ਘੁੰਮ ਰਿਹਾ ਸੀ, ਵਿਨੋਦ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਅਨੁਸ਼ਕਾ ਵੀ ਮੇਰੀ ਬੇਚੈਨੀ ਨੂੰ ਸਮਝ ਰਹੀ ਸੀ। ਅਤੇ ਫਿਰ ਥੋੜ੍ਹੇ ਹੀ ਸਮੇਂ ਬਾਅਦ ਵਿਨੋਦ ਘਰ ਦੇ ਵਿੱਚ ਦਾਖਲ ਹੋਇਆ ਸੀ, ਪਰ ਵਿਨੋਦ ਇਕੱਲਾ ਨਹੀਂ ਸੀ। ਉਸ ਦੇ ਨਾਲ ਪੰਡਤ ਜੀ ਨੂੰ ਦੇਖ ਕੇ ਮੈਂ ਹੈਰਾਨ ਹੋ ਗਿਆ ਸੀ ਅਤੇ ਫਿਰ ਮੈਂ ਪੂਰੀ ਗੱਲ ਸਮਝ ਗਿਆ। ਵਿਨੋਦ ਨੇ ਆਉਂਦੇ ਹੀ ਕਿਹਾ, ਸਿਧਾਰਥ, ਕੀ ਤਰੀਕਾ ਹੈ? ਤੁਸੀਂ ਦੋਵੇਂ ਇਸ ਤਰ੍ਹਾਂ ਬਿਨਾਂ ਰਿਸ਼ਤੇ ਦੇ ਇੱਕ ਹੀ ਛੱਤ ਦੇ ਹੇਠਾਂ ਕਿਵੇਂ ਰਹਿ ਸਕਦੇ ਹੋ? ਲੋਕਾਂ ਦੀਆਂ ਗੱਲਾਂ ਸੁਣੀਆਂ ਹਨ, ਲੋਕੀ ਕੀ ਕਹਿ ਰਹੇ ਹਨ ਤੁਹਾਡੇ ਬਾਰੇ ਵਿੱਚ? ਤਾਂ ਏਦਾਂ ਕਹਿੰਦੇ ਹੋਏ ਵਿਨੋਦ ਨੇ ਅੱਖ ਮਾਰਦੇ ਹੋਏ ਮੈਨੂੰ ਇਸ਼ਾਰਾ ਕੀਤਾ ਸੀ ਅਤੇ ਮੈਂ ਉਸਦਾ ਪਲਾਨ ਸਮਝ ਗਿਆ। ਅਨੁਸ਼ਕਾ ਇਹ ਸੁਣ ਕੇ ਥੋੜ੍ਹੀ ਘਬਰਾ ਗਈ ਸੀ। ਉਸਨੇ ਬੇਚੈਨੀ ਦੇ ਵਿੱਚ ਆਪਣੀਆਂ ਉਂਗਲਾਂ ਦਬਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਉਸਨੂੰ ਭੋਲੇਪਨ ਦੇ ਵਿੱਚ ਪੁੱਛਿਆ, ਪਰ ਇਸ ਦਾ ਹੱਲ ਕੀ ਹੈ? ਵਿਨੋਦ ਕਹਿਣ ਲੱਗਿਆ, ਹੱਲ ਬਸ ਇੱਕ ਹੀ ਹੈ ਅਤੇ ਹੱਲ ਇਹ ਹੈ ਕਿ ਤੁਹਾਨੂੰ ਦੋਵਾਂ ਨੂੰ ਵਿਆਹ ਕਰਨਾ ਪਵੇਗਾ। ਤੁਸੀਂ ਦੋਵੇਂ ਬਿਨਾਂ ਰਿਸ਼ਤਿਆਂ ਦੇ ਇਸ ਤਰ੍ਹਾਂ ਇੱਕ ਹੀ ਛੱਤ ਦੇ ਹੇਠਾਂ ਨਹੀਂ ਰਹਿ ਸਕਦੇ। ਕਿ ਉਸ ਸਮੇਂ ਹੀ ਅਨੁਸ਼ਕਾ ਦਾ ਭਰਾ ਰੋਹਨ, ਜੋ ਹੁਣੇ ਘਰ ਦੇ ਵਿੱਚ ਦਾਖਲ ਹੋਇਆ ਸੀ, ਇਹ ਸੁਣਦੇ ਹੀ ਖੁਸ਼ੀ ਨਾਲ ਉਛਲ ਪਿਆ ਅਤੇ ਭੱਜਦਾ ਹੋਇਆ ਮੇਰੇ ਕੋਲ ਆਇਆ। ਮੇਰੇ ਵੱਲ ਦੇਖਦੇ ਹੋਏ ਖੁਸ਼ ਹੋ ਕੇ ਬੋਲਿਆ, ਅੰਕਲ, ਤੁਸੀਂ ਦੀਦੀ ਨਾਲ ਵਿਆਹ ਕਰ ਰਹੇ ਹੋ? ਇਹ ਤਾਂ ਬਹੁਤ ਚੰਗੀ ਗੱਲ ਹੈ। ਫਿਰ ਤਾਂ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂਗੇ ਨਾ ਦੀਦੀ? ਉਸਨੇ ਅਨੁਸ਼ਕਾ ਦੇ ਵੱਲ ਮੁੜਦੇ ਹੋਏ ਕਿਹਾ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ, ਬੋਲੋ ਨਾ। ਹੁਣ ਸਾਰਿਆਂ ਦੀਆਂ ਨਜ਼ਰਾਂ ਅਨੁਸ਼ਕਾ ਤੇ ਸਨ। ਉਹ ਘਬਰਾ ਕੇ ਬੋਲੀ, ਪਰ ਸਿਧਾਰਥ ਜੀ, ਮੈਂ ਤੁਹਾਡੇ ਨਾਲ ਵਿਆਹ ਕਿਵੇਂ ਕਰ ਸਕਦੀ ਹਾਂ? ਸਾਡੀ ਹੈਸੀਅਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਮੈਂ ਉਸਦੇ ਬੁੱਲ੍ਹਾਂ ਤੇ ਉਂਗਲੀ ਰੱਖ ਦਿੱਤੀ ਅਤੇ ਉਸਨੂੰ ਚੁੱਪ ਕਰਾ ਦਿੱਤਾ। ਮੈਂ ਕਿਹਾ, ਅਨੁਸ਼ਕਾ, ਤੁਸੀਂ ਮੇਰੇ ਤੋਂ ਕਿਤੇ ਮਹਾਨ
ਹੋ, ਮੈਂ ਤਾਂ ਬਹੁਤ ਹੀ ਡਿੱਗਿਆ ਹੋਇਆ ਇਨਸਾਨ ਸੀ ਜਿਸ ਦੀ ਕੋਈ ਇੱਜ਼ਤ ਨਹੀਂ ਸੀ। ਤੁਸੀਂ ਮੈਨੂੰ ਜਿਉਣ ਦਾ ਨਵਾਂ ਤਰੀਕਾ ਸਿਖਾਇਆ ਹੈ। ਮੈਨੂੰ ਜ਼ਿੰਦਗੀ ਦਾ ਅਸਲੀ ਮਤਲਬ ਤੁਹਾਨੂੰ ਮਿਲਣ ਤੋਂ ਬਾਅਦ ਸਮਝ ਆਇਆ ਹੈ। ਮੇਰੀ ਇੰਨੀ ਕੀਮਤੀ ਜ਼ਿੰਦਗੀ ਨੂੰ ਬਰਬਾਦ ਨਾ ਹੋਣ ਦਿਓ। ਇਸ ਬੇਨਾਮ ਰਿਸ਼ਤੇ ਨੂੰ ਇੱਕ ਨਾਮ ਦੇ ਦਿਓ। ਅਨੁਸ਼ਕਾ। ਵਿਨੋਦ ਨੇ ਪੰਡਤ ਜੀ ਨੂੰ ਇਸ਼ਾਰਾ ਕਰਦੇ ਹੋਏ ਵਿਆਹ ਦੀਆਂ ਤਿਆਰੀਆਂ ਕਰਨ ਦੇ ਲਈ ਕਿਹਾ। ਕੁਝ ਹੀ ਸਮੇਂ ਦੇ ਬਾਅਦ ਮੈਂ ਅਨੁਸ਼ਕਾ ਦੇ ਗਲ ਦੇ ਵਿੱਚ ਆਪਣੇ ਨਾਮ ਦਾ ਮੰਗਲ ਸੂਤਰ ਪਾ ਰਿਹਾ ਸੀ। ਅੱਜ ਅਨੁਸ਼ਕਾ ਹਮੇਸ਼ਾ ਦੇ ਲਈ ਮੇਰੀ ਹੋ ਚੁੱਕੀ ਸੀ। ਅਨੁਸ਼ਕਾ ਦੇ ਗਲ ਦੇ ਵਿੱਚ ਮੰਗਲ ਸੂਤਰ ਪਾਉਂਦੇ ਹੀ ਮੇਰੇ ਦਿਲ ਦੇ ਵਿੱਚ ਇੱਕ ਸਕੂਨ ਭਰ ਗਿਆ ਸੀ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਸਭ ਕੁਝ ਇੰਨੀ ਜਲਦੀ ਅਤੇ ਇਸ ਤਰ੍ਹਾਂ ਹੋ ਜਾਵੇਗਾ। ਅਨੁਸ਼ਕਾ ਮੇਰੀ ਸੀ, ਹਮੇਸ਼ਾ ਦੇ ਲਈ। ਰੋਹਨ ਖੁਸ਼ੀ ਦੇ ਨਾਲ ਉਛਲ ਰਿਹਾ ਸੀ ਅਤੇ ਅਨੁਸ਼ਕਾ ਦੇ ਚਿਹਰੇ ਤੇ ਜੋ ਚਮਕ ਸੀ ਉਹ ਮੈਨੂੰ ਯਕੀਨ ਦਿਵਾ ਰਹੀ ਸੀ ਕਿ ਮੈਂ ਸਹੀ ਫੈਸਲਾ ਲਿਆ ਹੈ। ਵਿਆਹ ਤੋਂ ਬਾਅਦ ਅਨੁਸ਼ਕਾ ਥੋੜੀ ਚੁੱਪ ਸੀ। ਸ਼ਾਇਦ ਉਸ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਜੋ ਕੁਝ ਵੀ ਹੋਇਆ ਉਹ ਇੰਨੀ ਜਲਦੀ ਤੇ ਅਚਾਨਕ ਕਿਵੇਂ ਹੋ ਗਿਆ। ਵਿਨੋਦ ਨੇ ਮੈਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਣੇ ਘਰ ਚਲਾ ਗਿਆ ਅਤੇ ਹੁਣ ਅਨੁਸ਼ਕਾ ਮੇਰੇ ਸਾਹਮਣੇ ਸੋਫੇ ਤੇ ਬੈਠੀ ਆਪਣੀਆਂ ਉਂਗਲਾਂ ਮਰੋੜ ਰਹੀ ਸੀ। ਸ਼ਾਇਦ ਉਹ ਇਸ ਨਵੇਂ ਰਿਸ਼ਤੇ ਨੂੰ ਅਜੇ ਵੀ ਪੂਰੀ ਤਰ੍ਹਾਂ ਸਵੀਕਾਰ ਨਹੀਂ ਕਰ ਸਕੀ ਸੀ, ਜਦੋਂ ਕਿ ਮੇਰੇ ਚਿਹਰੇ ਤੇ ਇੱਕ ਸਕੂਨ ਭਰੀ ਮੁਸਕਾਨ ਸੀ। ਅਨੁਸ਼ਕਾ ਹੁਣ ਮੇਰੀ ਸੀ। ਸਾਡਾ ਵਿਆਹ ਹੋ ਚੁੱਕਿਆ ਸੀ ਅਤੇ ਅੱਜ ਸਾਡੀ ਸੁਹਾਗ ਰਾਤ ਵੀ ਸੀ, ਪਰ ਸ਼ਾਇਦ ਉਹ ਇਹਨਾਂ ਪਲਾਂ ਤੋਂ ਅਜੇ ਬਚਣਾ ਚਾਹੁੰਦੀ ਸੀ, ਕਿਉਂਕਿ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਦੇ ਲਈ ਉਸ ਨੂੰ ਥੋੜੇ ਸਮੇਂ ਦੀ ਜ਼ਰੂਰਤ ਸੀ। ਰੋਹਨ ਨੂੰ ਖਾਣਾ ਖਵਾ ਕੇ ਉਹ ਉਸ ਨੂੰ ਉਸਦੇ ਕਮਰੇ ਦੇ ਵਿੱਚ ਭੇਜ ਚੁੱਕੀ ਸੀ ਅਤੇ ਹੁਣ ਕਿਚਨ ਦੇ ਵਿੱਚ ਬੇਵਜ੍ਹਾ ਦੇ ਕੰਮਾਂ ਦੇ ਵਿੱਚ ਲੱਗੀ ਹੋਈ ਸੀ। ਉਸ ਦੀ ਬੇਚੈਨੀ ਨੂੰ ਦੇਖਦੇ ਹੋਏ ਮੈਂ ਅੱਗੇ ਵੱਧ ਕੇ ਉਸਦਾ ਹੱਥ ਫੜ ਕੇ ਆਪਣੇ ਵੱਲ ਖਿੱਚਿਆ। ਮੇਰੇ ਅਜਿਹਾ ਕਰਨ ਤੇ ਉਹ ਥੋੜੀ ਘਬਰਾ ਗਈ। ਮੈਂ ਕਿਹਾ, ਅਨੁਸ਼ਕਾ, ਤੁਸੀਂ ਇੰਨਾ ਬੇਚੈਨ ਕਿਉਂ ਹੋ? ਮੈਂ ਸਮਝ ਸਕਦਾ ਹਾਂ ਤੁਹਾਡੀ ਇਸ ਬੇਚੈਨੀ ਦਾ ਕਾਰਨ। ਆਪਣੇ ਆਪ ਤੇ ਇੰਨਾ ਪ੍ਰੈਸ਼ਰ ਪਾਉਣ ਦੀ ਜ਼ਰੂਰਤ ਨਹੀਂ ਹੈ। ਮੈਂ ਤੁਹਾਡੇ ਤੇ ਕੋਈ ਵੀ ਬੰਦਿਸ਼ ਨਹੀਂ ਲਗਾਵਾਂਗਾ। ਤੁਸੀਂ ਚਾਹੋ ਤਾਂ ਆਪਣੇ ਕਮਰੇ ਦੇ ਵਿੱਚ ਜਾ ਕੇ ਸੌਂ ਜਾਓ। ਮੈਂ ਤੁਹਾਨੂੰ ਨਹੀਂ ਕਹਾਂਗਾ ਕਿ ਤੁਸੀਂ ਮੇਰੇ ਕਮਰੇ ਦੇ ਵਿੱਚ ਆ ਕੇ ਸੌਂ ਜਾਓ। ਅੱਜ ਤੋਂ ਤੁਸੀਂ ਮੇਰੀ ਹੋ ਚੁੱਕੀ ਹੋ ਅਤੇ ਇਹੀ ਸਕੂਨ ਮੇਰੇ ਲਈ ਬਹੁਤ ਹੈ। ਰਹੀ ਗੱਲ ਮੇਰੇ ਕਮਰੇ ਦੇ ਵਿੱਚ ਆਉਣ ਦੀ, ਤਾਂ ਮੇਰੇ ਦਿਲ ਦਾ ਅਤੇ ਮੇਰੇ ਕਮਰੇ ਦਾ ਦਰਵਾਜ਼ਾ ਹਮੇਸ਼ਾ ਤੁਹਾਡੇ ਲਈ ਖੁੱਲ੍ਹਾ ਹੈ। ਜਦੋਂ ਤੁਹਾਡਾ ਮਨ ਕਰੇ ਆਪਣੀ ਖੁਸ਼ੀ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋ ਜਾਇਓ, ਪਰ ਬਸ ਹੁਣ ਕਦੇ ਵੀ ਮੇਰੇ ਘਰ ਨੂੰ ਛੱਡ ਕੇ ਮੇਰੀ ਜ਼ਿੰਦਗੀ ਤੋਂ ਦੂਰ ਨਾ ਜਾਇਓ। ਹੁਣ ਮੈਂ ਤੁਹਾਡੇ ਬਿਨਾਂ ਜਿਉ ਨਹੀਂ ਸਕਾਂਗਾ। ਇਹ ਕਹਿ ਕੇ ਮੈਂ ਆਪਣੇ ਬੁੱਲ੍ਹ ਅਨੁਸ਼ਕਾ ਦੇ ਮੱਥੇ ਤੇ ਰੱਖ ਦਿੱਤੇ। ਉਸ ਤੋਂ ਬਾਅਦ ਮੈਂ ਉੱਥੇ ਹੀ ਉਸ ਨੂੰ ਕਿਚਨ ਦੇ ਵਿੱਚ ਛੱਡਿਆ ਅਤੇ ਆਪਣੇ ਕਮਰੇ ਦੇ ਵਿੱਚ ਆ ਗਿਆ। ਅਗਲੀ ਸਵੇਰ ਅਨੁਸ਼ਕਾ ਦਾ ਰੂਪ ਬਹੁਤ ਹੀ ਅਲੱਗ ਸੀ। ਉਸ ਨੇ ਇੱਕ ਪਿੰਕ ਕਲਰ ਦੀ ਸਾੜੀ ਪਾਈ ਹੋਈ ਸੀ। ਮੇਰੇ ਨਾਮ ਦਾ ਸੰਦੂਰ ਭਰਿਆ ਹੋਇਆ ਸੀ। ਹਲਕਾ ਫੁਲਕਾ ਮੇਕਅਪ ਵੀ ਕੀਤਾ ਹੋਇਆ ਸੀ। ਅਸਮਾਨ ਤੋਂ ਉਤਰੀ ਹੋਈ ਕੋਈ ਪਰੀ ਲੱਗ ਰਹੀ ਸੀ। ਮੈਨੂੰ ਦੇਖ ਕੇ ਉਸਦੇ ਚਿਹਰੇ ਤੇ ਸ਼ਰਮ ਦੀ ਲਾਲੀ ਫੈਲ ਗਈ ਸੀ, ਪਰ ਜਲਦ ਹੀ ਉਸਨੇ ਆਪਣੇ ਆਪ ਤੇ ਕਾਬੂ ਪਾ ਲਿਆ। ਉਸ ਦੀਆਂ ਅੱਖਾਂ ਦੇ ਵਿੱਚ ਜੋ ਸ਼ਰਮ ਸੀ ਉਹ ਉਸਦੀ ਖੂਬਸੂਰਤੀ ਨੂੰ ਹੋਰ ਵੀ ਨਿਖਾਰ ਰਹੀ ਸੀ। ਮੈਂ ਉਸਦੇ ਸਾਹਮਣੇ ਬੈਠਾ ਸੋਚ ਰਿਹਾ ਸੀ ਕਿ ਆਖਿਰਕਾਰ ਇਹ ਸਭ ਕੁਝ ਹੋਇਆ ਕਿਵੇਂ, ਅਤੇ ਫਿਰ ਮੈਂ ਉਸਦੇ ਵੱਲ ਦੇਖਿਆ ਤੇ ਉਸਦੇ ਚਿਹਰੇ ਤੇ ਆਈ ਹਲਕੀ ਮੁਸਕਾਨ ਨੇ ਮੈਨੂੰ ਵਿਸ਼ਵਾਸ ਦਿਵਾ ਦਿੱਤਾ ਕਿ ਜੋ ਕੁਝ ਵੀ ਹੋਇਆ ਹੈ ਉਹ ਸਹੀ ਹੋਇਆ ਹੈ। ਕੁਝ ਦਿਨਾਂ ਬਾਅਦ ਸਾਡੀ ਜ਼ਿੰਦਗੀ ਇੱਕ ਨਵੇਂ ਰਾਹ ਤੇ ਚੱਲ ਪਈ। ਅਨੁਸ਼ਕਾ ਨੇ ਘਰ ਦੀਆਂ ਸਾਰੀਆਂ ਜ਼ਿੰਮੇਦਾਰੀਆਂ ਸੰਭਾਲ ਲਈਆਂ ਤੇ ਹੁਣ ਮੈਂ ਹਰ ਰੋਜ਼ ਆਫਿਸ ਦੇ ਵਿੱਚ ਘਰ ਵਾਪਸ ਮੁੜਨ ਦੇ ਲਈ ਬੇਚੈਨ ਰਹਿੰਦਾ ਹਾਂ। ਉਸ ਦਾ ਸਾਥ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਰੌਸ਼ਨੀ ਲੈ ਕੇ ਆਇਆ ਸੀ। ਉਸ ਦੀਆਂ ਗੱਲਾਂ, ਉਸ ਦਾ ਖਿਆਲ ਰੱਖਣਾ ਸਭ ਕੁਝ ਮੇਰੇ ਲਈ ਖਾਸ ਸੀ। ਮੈਂ ਹੌਲੀ ਹੌਲੀ ਮਹਿਸੂਸ ਕੀਤਾ ਕਿ ਉਹ ਵੀ ਮੇਰੇ ਲਈ ਕੁਝ ਮਹਿਸੂਸ ਕਰਨ ਲੱਗੀ ਸੀ। ਉਸ ਦੀਆਂ ਨਜ਼ਰਾਂ ਦੇ ਵਿੱਚ ਜੋ ਪਹਿਲਾਂ ਡਰ ਸੀ ਉਹ ਹੁਣ ਹੌਲੀ ਹੌਲੀ ਦੂਰ ਹੋਣ ਲੱਗਿਆ ਸੀ। ਹੁਣ ਉਹ ਖੁੱਲ੍ਹ ਕੇ ਮੇਰੇ ਨਾਲ ਗੱਲਾਂ ਕਰਨ ਲੱਗੀ ਸੀ ਅਤੇ ਉਸ ਦੀ ਹਾਸੀ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਦਿੰਦੀ ਸੀ। ਇੱਕ ਦਿਨ ਸ਼ਾਮ ਨੂੰ ਅਸੀਂ ਬਾਲਕੋਨੀ 'ਚ ਬੈਠੇ ਹੋਏ ਸੀ। ਠੰਡੀ ਠੰਡੀ ਹਵਾ ਚੱਲ ਰਹੀ ਸੀ ਅਤੇ ਅਸਮਾਨ ਦੇ ਵਿੱਚ ਤਾਰੇ ਟਿਮਟਿਮਾ ਰਹੇ ਸਨ। ਅਨੁਸ਼ਕਾ ਨੇ ਕਿਹਾ, ਸਿਧਾਰਥ, ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰੀ ਜ਼ਿੰਦਗੀ ਇਸ ਮੋੜ ਤੇ ਆ ਜਾਵੇਗੀ, ਪਰ ਹੁਣ ਮੈਂ ਖੁਸ਼ ਹਾਂ। ਤੁਹਾਡੇ ਨਾਲ ਇੱਕ ਸਕੂਨ ਅਤੇ ਸੁਰੱਖਿਆ ਮਹਿਸੂਸ ਹੁੰਦੀ ਹੈ। ਇਹ ਕਦੇ ਹੋਰ ਦੇ ਨਾਲ ਮਹਿਸੂਸ ਨਹੀਂ ਹੋਈ। ਮੈਂ ਹੁਣ ਉਸ ਦੀਆਂ ਅੱਖਾਂ ਦੇ ਵਿੱਚ ਦੇਖਿਆ ਜੋ ਬਿਲਕੁਲ ਸਾਫ਼ ਸਨ। ਬਿਨਾਂ ਕਿਸੇ ਝਿਜਕ ਦੇ ਮੈਂ ਹੌਲੀ ਜਿਹੀ ਉਸ ਦਾ ਹੱਥ ਫੜਿਆ। ਤੁਸੀਂ ਮੈਨੂੰ ਵੀ ਬਦਲ ਦਿੱਤਾ ਹੈ। ਮੈਂ ਤੁਹਾਨੂੰ ਹਮੇਸ਼ਾ ਖੁਸ਼ ਰੱਖਣਾ ਚਾਹੁੰਦਾ ਹਾਂ। ਤੁਹਾਡੀ ਹਾਸੀ ਮੇਰੀ ਪੂਰੀ ਦੁਨੀਆ ਹੈ। ਉਹ ਹੌਲੀ ਜਿਹੀ ਮੁਸਕਰਾਈ ਅਤੇ ਮੇਰੇ ਮੋਢੇ ਤੇ ਸਿਰ ਰੱਖ ਦਿੱਤਾ। ਅਸੀਂ ਕੁਝ ਸਮੇਂ ਤੱਕ ਚੁੱਪਚਾਪ ਬੈਠੇ ਰਹੇ, ਪਰ ਇਸ ਚੁੱਪੀ ਦੇ ਵਿੱਚ ਜੋ ਪਿਆਰ ਸੀ ਉਹ ਅਹਿਸਾਸ ਸ਼ਬਦਾਂ ਤੋਂ ਪਰੇ ਸੀ। ਅੱਜ ਅਨੁਸ਼ਕਾ ਦੇ ਹਾਵ ਭਾਵ ਕੁਝ ਅਲੱਗ ਹੀ ਸਨ। ਉਹ ਹੌਲੀ ਜਿਹੀ ਮੇਰੇ ਹੋਰ ਵੀ ਨੇੜੇ ਹੋ ਗਈ ਸੀ। ਮੇਰਾ ਇੱਕ ਹੱਥ ਚੱਕ ਕੇ ਆਪਣੀ ਕਮਰ ਤੇ ਰੱਖ ਲਿਆ ਅਤੇ ਉਸਦੀ ਅਗਲੀ ਹਰਕਤ ਤੇ ਮੈਂ ਹੈਰਾਨ ਹੋ ਗਿਆ ਸੀ। ਉਸਨੇ ਆਪਣੇ ਬੁੱਲ੍ਹਾਂ ਦੇ ਨਾਲ ਮੈਨੂੰ ਚੁੰਮ ਲਿਆ ਸੀ ਅਤੇ ਮੇਰਾ ਦਿਲ ਜ਼ੋਰ ਦੀ ਧੜਕ ਉੱਠਿਆ ਸੀ। ਮੈਂ ਹੈਰਾਨ ਹੋ ਕੇ ਅਨੁਸ਼ਕਾ ਦੇ ਵੱਲ ਦੇਖਿਆ। ਕਹਿਣ ਲੱਗੀ, ਸਿਧਾਰਥ, ਮੈਂ ਆਪਣੇ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ
ਚਾਹੁੰਦੀ ਹਾਂ। ਮੈਂ ਤੁਹਾਡੇ ਕਮਰੇ ਦੇ ਨਾਲ ਨਾਲ ਤੁਹਾਡੇ ਦਿਲ ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹਾਂ। ਇਹ ਕਹਿ ਕੇ ਉਸਨੇ ਆਪਣੀਆਂ ਅੱਖਾਂ ਮੀਚ ਕੇ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਦਿੱਤਾ ਸੀ। ਮੈਂ ਬਹੁਤ ਹੀ ਪਿਆਰ ਦੇ ਨਾਲ ਅਨੁਸ਼ੰਕਾ ਨੂੰ ਆਪਣੇ ਗਲ ਦੇ ਨਾਲ ਲਗਾ ਲਿਆ। ਉਹ ਰਾਤ ਅਤੇ ਉਹ ਪਲ ਸਾਡੇ ਰਿਸ਼ਤੇ ਦੀ ਨਵੀਂ ਸ਼ੁਰੂਆਤ ਸੀ ਅਤੇ ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਸੀ। ਇਸ ਤੋਂ ਪਹਿਲਾਂ ਵੀ ਮੈਂ ਅਨੁਸ਼ੰਕਾ ਦੇ ਨੇੜੇ ਹੋਇਆ ਸੀ। ਹੁਣ ਅਤੇ ਉਸ ਸਮੇਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਉਸ ਦਿਨ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ ਅਤੇ ਅੱਜ ਉਸ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਸੀ, ਪਰ ਰੋਣ ਵੀ ਹੁਣ ਸਾਡੇ ਖੁਸ਼ਹਾਲ ਪਰਿਵਾਰ ਦਾ ਹਿੱਸਾ ਬਣ ਚੁੱਕਿਆ ਸੀ। ਜ਼ਿੰਦਗੀ ਹੁਣ ਬਿਲਕੁਲ ਬਦਲ ਚੁੱਕੀ ਸੀ। ਉਹ ਘਰ ਜੋ ਮੈਨੂੰ ਕਦੇ ਖਾਲੀ ਲੱਗਦਾ ਸੀ ਹੁਣ ਪਿਆਰ ਅਤੇ ਖੁਸ਼ੀਆਂ ਦੇ ਨਾਲ ਭਰ ਗਿਆ ਸੀ ਅਤੇ ਇਹ ਸਭ ਕੁਝ ਅਨੁਸ਼ੰਕਾ ਦੇ ਕਾਰਨ ਹੋਇਆ ਸੀ। ਉਸ ਦੀ ਮੌਜੂਦਗੀ ਨੇ ਮੇਰੀ ਜ਼ਿੰਦਗੀ ਨੂੰ ਨਵੇਂ ਮਾਇਨੇ ਦਿੱਤੇ ਸਨ। ਹੁਣ ਮੈਂ ਜਾਣਦਾ ਸੀ ਕਿ ਮੈਂ ਕਦੇ ਉਸ ਦੇ ਬਿਨਾਂ ਜਿਉ ਨਹੀਂ ਸਕਦਾ। ਤਾਂ ਦੋਸਤੋ, ਅੱਜ ਦੀ ਸਾਡੀ ਇਹ ਕਹਾਣੀ ਸੀ, ਤੁਹਾਨੂੰ ਇਹ ਕਿਵੇਂ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।